स्वागत है पीटीसी न्यूज़ ਦੇ ਵਿਚਾਰ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਈਆਈ ਵਾਇਰਸ ਐਂਡ ਕੇਬਲਸ ਵਿਚਾਰ ਤਕਰਾਰ। ਕੋਵਿਡ-19 ਨੇ ਲੋਕਾਂ ਨੂੰ ਝੰਜੋੜ ਕੇ ਤੋੜ ਕੇ ਰੱਖ ਦਿੱਤਾ। ਨਾ ਸਿਰਫ ਸਿਹਤ ਪੱਖੋਂ ਬਲਕਿ ਹੋਰ ਬੜੇ ਸਾਰੇ ਪੱਖ ਨੇ ਜਿਹਦੇ ਨਾਲ ਲੋਕ ਪੂਰੀ ਤਰ੍ਹਾਂ ਝੰਜੋੜੇ ਜਾ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਐਜੂਕੇਸ਼ਨ ਇੱਕ ਅਜਿਹਾ ਸੈਕਟਰ ਰਿਹਾ ਜਿਸ ਨੂੰ ਵੱਡੀ ਸੱਟ ਵੱਜੀ ਹੈ। ਭਾਵੇਂ ਉਹ ਸਕੂਲੀ ਸਿੱਖਿਆ ਹੋਵੇ, ਭਾਵੇਂ ਹਾਇਰ ਐਜੂਕੇਸ਼ਨ ਦੀ ਗੱਲ ਹੋਵੇ, ਪੂਰੀ ਤਰ੍ਹਾਂ ਦੇ ਨਾਲ ਤਾਣਾ ਬਾਣਾ ਹਿੱਲ ਗਿਆ। ਟੁੱਟ ਵੀ ਕਹਿ ਸਕਦੇ ਹੋ ਕਿ ਟੁੱਟ ਗਿਆ। ਅਜਿਹੀ ਸਥਿਤੀ ਬਣ ਗਈ ਹੈ। ਅਜਿਹੀ ਸਥਿਤੀ ਦੇ ਵਿੱਚ ਅਸੀਂ ਨਿਕਲਾਂਗੇ ਕਿਵੇਂ, ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ। ਨਾਲ ਇੱਕ ਸਵਾਲ ਇਹ ਵੀ ਖੜਾ ਹੁੰਦਾ ਕਿ ਕੋਵਿਡ-19 ਨੂੰ ਲਗਭਗ 1.5 ਸਾਲ ਤੋਂ ਬਾਅਦ ਸਾਡੇ ਮੁਲਕ ਦੇ ਵਿੱਚ ਹੋ ਗਿਆ ਆਇਆਂ ਨੂੰ। ਅਸੀਂ ਉਹਨਾਂ ਹਾਲਾਤਾਂ ਤੋਂ ਕੀ ਸਿੱਖਿਆ? ਕੀ ਅਸੀਂ ਕੋਈ ਇੱਦਾਂ ਦੀ ਤਿਆਰੀ ਕੀਤੀ ਜਦੋਂ ਪਿਛਲੇ ਸਾਲ ਵੀ ਇਮਤਿਹਾਨ ਨਹੀਂ ਹੋ ਪਾਏ ਜਾਂ ਕਈਆਂ ਦੇ ਇਮਤਿਹਾਨ ਹੋਏ ਸੀਗੇ, ਨਤੀਜੇ ਲੇਟ ਆਏ, ਸਕੂਲ ਨਹੀਂ ਲੱਗੇ, ਉਦੋਂ ਵੀ ਇਹ ਗੱਲਾਂ ਕੀਤੀਆਂ ਗਈਆਂ ਅਸੀਂ ਆਨਲਾਈਨ ਕਲਾਸਾਂ ਲਾਂਗੇ। ਉਦੋਂ ਵੀ ਬੜੇ ਸਾਰੇ ਸਵਾਲ ਚੁੱਕੇ ਗਏ ਕਿ ਆਨਲਾਈਨ ਕਲਾਸਿਸ ਦਾ ਕੋਈ ਫਾਇਦਾ ਨਹੀਂ ਹੋ ਰਿਹਾ, ਕਿਤੇ ਹੋ ਰਿਹਾ, ਕਿਤੇ ਨਹੀਂ ਹੋ ਰਿਹਾ, ਜਾਂ ਕਿਤੇ ਬਹੁਤ ਘੱਟ ਹੋ ਰਿਹਾ। ਉਸ ਦੇ ਬਾਵਜੂਦ ਵੀ ਅਸੀਂ ਕੁਝ ਸਿੱਖਿਆ ਨਹੀਂ। ਸਾਨੂੰ ਪਤਾ ਸੀਗਾ ਕਿ ਹਾਲਾਤ ਮਾੜੇ ਆ ਸਕਦੇ ਨੇ, ਉਹਨਾਂ ਮਾੜੇ ਹਾਲਾਤਾਂ ਤੋਂ ਵੀ ਅਸੀਂ ਕੁਝ ਸਿੱਖਿਆ ਨਹੀਂ। ਇਸ ਕਰਕੇ ਨਤੀਜੇ ਸਾਨੂੰ ਐਵੇਂ ਹੀ ਐਲਾਨਣੇ ਪਏ ਨੇ ਕਿ ਅਸੀਂ ਜੀ ਇੰਟਰਨਲ ਅਸੈਸਮੈਂਟ ਦੇ ਆਧਾਰ ਤੇ ਨਤੀਜੇ ਐਲਾਨਾਂਗੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10ਵੀਂ ਦੇ ਨਤੀਜੇ ਐਲਾਨੇ ਨੇ। ਤੁਹਾਨੂੰ ਸੁਣ ਕੇ ਹੈਰਾਨਗੀ ਹੋਏਗੀ, 98 ਤੋਂ 99.99 ਤੱਕ ਨਤੀਜੇ ਆਏ ਨੇ। ਇਹ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਹੋਣਾ ਕਿ ਇੰਨੇ ਸ਼ਾਨਦਾਰ ਨਤੀਜੇ ਆਏ ਨੇ, ਜਿਹਦੇ ਨਾਲ ਸਰਕਾਰ ਵੀ ਖੁਸ਼ ਹੈ, ਬੱਚੇ ਵੀ ਖੁਸ਼ ਨੇ, ਮਾਪੇ ਵੀ ਖੁਸ਼ ਨੇ ਕਿ ਚਲੋ ਸਾਡੇ ਬੱਚੇ ਪਾਸ ਹੋ ਗਏ। ਪਰ ਇਸ ਦੇ ਨਾਲ ਜਿਹੜੀਆਂ ਸਾਹਮਣੇ ਆ ਰਹੀਆਂ ਮੁਸ਼ਕਲਾਂ ਔਕੜਾਂ ਨੇ, ਉਸ ਨੂੰ ਅਸੀਂ ਅਣਦੇਖਿਆ ਨਹੀਂ ਕਰ ਸਕਦੇ। ਪੰਜਾਬ ਹਤੈਸ਼ੀ ਉਹਨਾਂ ਸਾਰੀਆਂ ਮੁਸ਼ਕਲਾਂ ਨੂੰ ਦੇਖਦੇ ਨੇ, ਸਵਾਲ ਵੀ ਚੁੱਕ ਰਹੇ ਨੇ ਕਿ ਇੱਦਾਂ ਨਤੀਜੇ ਐਲਾਨੇ ਕਿੱਥੋਂ ਤੱਕ ਜਾਇਜ਼ ਸੀਗੇ। ਪਹਿਲਾਂ ਤਾਂ ਬੋਰਡ ਨੇ ਕਿਹਾ ਕਿ ਇੰਟਰਨਲ ਅਸੈਸਮੈਂਟ ਦੇ ਨਾਲ ਅਸੀਂ ਪ੍ਰੀ ਬੋਰਡ ਜਾਂ ਇਹਨਾਂ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਸਾਰਾ ਸਾਲ ਦੇ ਵਿੱਚ ਰਹੀਆਂ, ਆਨਲਾਈਨ ਕਲਾਸਾਂ ਜਿਹੜੀਆਂ ਇਹਨਾਂ ਨੇ ਲਈਆਂ, ਉਹਨਾਂ ਨੂੰ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਨਤੀਜੇ ਐਲਾਨਾਂਗੇ, ਨਤੀਜੇ ਬਣਾਵਾਂਗੇ। ਪਰ ਅੱਜ ਜਦੋਂ ਅਸੀਂ ਨਤੀਜੇ ਦੇਖਦੇ ਹਾਂ ਤਾਂ ਸਾਫ਼-ਸਾਫ਼ ਜ਼ਾਹਰ ਹੁੰਦਾ ਇਹਦੇ ਵਿੱਚ ਹੋਰ ਕੁਝ ਨਹੀਂ ਵੇਖਿਆ ਗਿਆ, ਸਿਰਫ ਇੰਟਰਨਲ ਅਸੈਸਮੈਂਟ ਲਗਾਈ ਗਈ ਹੈ। ਜਿਹੜੀ 20 ਨੰਬਰਾਂ ਦੀ ਇੰਟਰਨਲ ਅਸੈਸਮੈਂਟ ਹੁੰਦੀ ਹੈ, ਉਸ ਨੂੰ 100 ਨੰਬਰਾਂ 'ਚ ਤਬਦੀਲ ਕਰਕੇ ਉਸੇ ਅਸੈਸਮੈਂਟ ਨੂੰ ਆਧਾਰ ਬਣਾ ਕੇ ਨਤੀਜੇ ਐਲਾਨ ਦਿੱਤੇ ਗਏ। ਹੁਣ ਸਵਾਲ ਇਹ ਵੀ ਖੜਾ ਹੁੰਦਾ ਕਿ ਇਸ ਤੋਂ ਇਲਾਵਾ ਬੋਰਡ ਦੇ ਕੋਲ ਹੋਰ ਹੈ ਕੀ ਸੀ, ਬੋਰਡ ਕੀ ਕਰ ਸਕਦਾ ਸੀਗਾ। ਤਮਾਮ ਤਰ੍ਹਾਂ ਦੇ ਸਵਾਲ। ਅੱਜ ਦੀ ਡਿਬੇਟ 8ਵੀਂ 10ਵੀਂ 12ਵੀਂ ਦੇ ਬੱਚੇ ਤੇ ਉਹਨਾਂ ਦੇ ਮਾਪਿਆਂ ਲਈ ਬੜੀ ਜ਼ਰੂਰੀ ਹੈ। ਧਿਆਨ ਨਾਲ ਵੇਖਿਓ, ਇੱਕ ਪੁਆਇੰਟ ਤੁਹਾਡੇ ਸਾਹਮਣੇ ਰੱਖਾਂਗੇ ਕਿ ਤੁਹਾਡੇ ਬੱਚੇ ਦੇ ਸਾਹਮਣੇ ਕੀ ਚੁਣੌਤੀਆਂ ਹੁਣ ਆ ਸਕਦੀਆਂ ਨੇ। ਖਾਸ ਤੌਰ ਤੇ 12ਵੀਂ ਦੇ ਬੱਚਿਆਂ ਦਾ ਭਵਿੱਖ ਬੜਾ ਧੁੰਦਲਾ ਨਜ਼ਰ ਆ ਰਿਹਾ। ਅੱਜ 3 ਟੌਪਿਕ ਅਸੀਂ ਚੁੱਕਾਂਗੇ। ਤੁਹਾਨੂੰ ਪਹਿਲਾਂ ਦੱਸ ਦਈਏ 8ਵੀਂ 10ਵੀਂ ਤੇ 12ਵੀਂ ਦੇ ਬੱਚਿਆਂ ਦੇ ਚੋਣ ਨਤੀਜੇ ਕਿਸ ਤਰ੍ਹਾਂ ਦੇ ਰਹੇ, ਔਰ ਖਾਸ ਤੌਰ ਤੇ ਜਦੋਂ ਉਹਨਾਂ ਦੀ ਸਿਲੈਕਸ਼ਨ ਹੁਣ ਹੋਣੀ ਹੈ ਤਾਂ ਉਹ ਸਿਲੈਕਸ਼ਨ ਕਿਵੇਂ ਹੋਏਗੀ, ਜਿਹੜੇ ਉਹਨਾਂ ਦੇ ਇਮਤਿਹਾਨ ਹੋਣਗੇ ਉਹ ਕਿਵੇਂ ਹੋਣਗੇ। ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ। ਦੂਜਾ ਇੱਕ ਸਵਾਲ ਇਹ ਵੀ ਖੜਾ ਹੁੰਦਾ ਕਿ ਪੰਜਾਬ ਦੇ ਵਿੱਚ ਨਵੇਂ ਕਾਲਜਸ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਪੁਰਾਣੇ ਕਾਲਜਸ ਨੇ ਜਿਹੜੇ ਉਹ ਪੈਸੇ ਦੇਣ, ਸਾਨੂੰ 5-5 ਲੱਖ ਰੁਪਈਆ, ਫਰਨੀਚਰ ਦੇਣ, ਕੰਪਿਊਟਰ ਦੇਣ, ਇੱਥੋਂ ਤੱਕ ਕਿ ਅਧਿਆਪਕ ਵੀ ਦੇਣ ਤਾਂ ਕਾਲਜ ਚੱਲ ਸਕਦੇ ਨੇ। ਸਾਡਾ ਸਿਸਟਮ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਸ ਤੇ ਵੱਡੀ ਸੱਟ ਵੱਜੀ ਹੈ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾਉਂਦੇ ਹਾਂ, ਫਿਰ ਆਪਾਂ ਅੱਗੇ ਵਧਦੇ ਹਾਂ। ਅਸ਼ਵਨੀ ਸੇਖੜੀ ਸਾਹਿਬ ਮੌਜੂਦ ਨੇ, ਚੇਅਰਮੈਨ ਨੇ ਕਨਫੈਡਰੇਸ਼ਨ ਆਫ ਕਾਲਜ ਐਂਡ ਸਕੂਲ ਆਫ ਪੰਜਾਬ ਦੇ, ਕਾਂਗਰਸ ਦੇ ਲੀਡਰ ਵੀ ਨੇ। ਡਾਕਟਰ ਪਿਆਰੇਲਾਲ ਗਰਗ ਸਾਹਿਬ ਸਾਬਕਾ ਰਜਿਸਟਰਾਰ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ। ਜਗਜੀਤ ਸਿੰਘ ਧੂਰੀ ਜੀ ਪ੍ਰਧਾਨ ਨੇ FPSCA ਦੇ, यानी कि फेडरेशन ऑफ प्राइवेट स्कूल एंड एसोसीएशन ऑफ पंजाब। बलबीर सिंह ढोल साहब रिटायर्ड PCS ऑफिसर ने, इन्हों खास तौर पर सदा दिता क्योंकि इन्हों की बहुत पकड़ हैगी है इन्होंने पूरे मुद्दों के उत्ते, एग्जाम्स के उत्ते, सिक्ख्या अदारियां के उत्ते, तंत्र के उत्ते। और इस दे नाल ही साडा प्रोफैसर मुहम्मद खालिद साहब ने, सिक्ख्या माहर ने, यूनिवर्सिटी दे विच पढ़ाते हैं, बच्चों को चंगी तरह समझते हैं कि बच्चों को चाहिए की और हालात की ने। सब तो पहला साडे जहन दे विच कुछ सवाल ने, वो सवाल जिहड़े अज हर एक माँ बाप के जहन दे विच ने। सवालों तो ही शुरू करते हैं। तुहानूं पहला सवाल दसदे हैं कि अज सवाल की खड़े हो रहे हैं। पहला सवाल, 8ਵੀਂ ਤੇ 10ਵੀਂ ਦੇ ਵਿੱਚ 99% तक बच्चे पास करने का पैमाना की है? एक वड्डा सवाल जरूर खड़ा होंदा। दूजा सवाल, की सिर्फ इंटरनल असैसमेंट के आधार पर बच्चे पास किए गए? तीजा सवाल, की प्री बोर्ड के विच भी बच्चों ने हासिल किए 99% अंक, जिहड़ा दावा किया जाता है कि प्री बोर्ड भी देखांगे। की 100% अंक लैण वाले विद्यार्थी खरे उतरनगे मुकाबले की प्रीख्या च? पंजवां सवाल, की ये नतीजे बच्चों के भविख नूं प्रभावित कर सकते हैं? छेवां सवाल, 12वीं क्लास के बच्चों के इम्तिहानों का होएगा की? सत्तवां सवाल, की 12वीं जमात के बच्चों के इम्तिहान ऑनलाइन लेने चाहिए ने? 8वां सवाल, कि 12वीं के बच्चों के इम्तिहान माहौल ठीक होने ते ऑफलाइन लेने चाहिए ने? 9वां सवाल, कि 10वीं की तरह 12वीं के नतीजों को भी इंटरनल असैसमेंट के आधार पर ऐलानिया जा सकता है? 10वां सवाल, इम्तिहान के नतीजे लेट होने नाल 12वीं के बच्चों के भविख ते की कोई खतरा खड़ा हो सकता है? इस तो इलावा ਵੱਡਾ ਸਵਾਲ, ਪੰਜਾਬ ਸਰਕਾਰ ਕੋਲ ਨਵੇਂ ਕਾਲਜ ਖੋਲ੍ਹਣ ਲਈ ਪੈਸਾ ਕਿਉਂ ਨਹੀਂ? ਪੁਰਾਣੇ ਸਰਕਾਰੀ ਕਾਲਜਾਂ ਤੋਂ ਕਿਉਂ ਮੰਗੇ ਜਾ ਰਹੇ ਨੇ 5-5 ਲੱਖ ਰੁਪਏ? ਨਾ ਸਿਰਫ ਪੈਸਾ ਬਲਕਿ ਫਰਨੀਚਰ, ਕੰਪਿਊਟਰ ਤੇ ਅਧਿਆਪਕਾਂ ਦਾ ਖਰਚਾ ਵੀ ਪੁਰਾਣੇ ਕਾਲਜਾਂ ਦੇ ਸਿਰ ਤੇ ਪਾਉਣ ਦੀ ਤਿਆਰੀ ਹੈ। ਸੂਬੇ ਦੇ ਵਿੱਚ ਜਿੰਨੇ ਵੀ ਸਰਕਾਰੀ ਕਾਲਜ ਨੇ
ਉਹ ਪਹਿਲਾਂ ਹੀ ਆਰਥਿਕ ਪੱਖੋਂ ਹਿਲੇ ਹੋਏ ਨੇ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਇਸ ਪੂਰੇ ਮੁੱਦੇ ਤੇ ਅਸੀਂ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਮੈਂ ਸ਼ੁਰੂਆਤ ਬਲਬੀਰ ਸਿੰਘ ਢੋਲ ਸਾਹਿਬ ਤੁਹਾਡੇ ਤੋਂ ਕਰਾਂਗਾ। ਇਹ ਸਰਲ ਭਾਸ਼ਾ ਦੇ ਵਿੱਚ ਅਸੀਂ ਸਮਝਣਾ ਚਾਹੁੰਦੇ ਹਾਂ, ਜਿਹੜੇ ਨਤੀਜੇ ਐਲਾਨੇ ਗਏ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ, ਤੁਸੀਂ ਵੀ ਹਿੱਸਾ ਕਿਸੇ ਟਾਈਮ ਰਹੇ ਹੋ, ਉਹਦਾ ਪੈਮਾਨਾ ਕੀ ਹੁੰਦਾ ਹੈ ਜਦੋਂ ਅਜਿਹੇ ਹਾਲਾਤਾਂ ਦੇ ਵਿੱਚ, ਜਦੋਂ ਤੁਸੀਂ ਇਮਤਿਹਾਨ ਲੈ ਨਹੀਂ ਸਕਦੇ, ਪੁਰਾਣਾ ਤੁਹਾਡੇ ਕੋਲ ਤੰਤਰ ਮੰਤਰ ਹੈ ਨਹੀਂ, ਅਸੈਸਮੈਂਟ ਦੇ ਆਧਾਰ ਤੇ ਹੀ ਤੁਸੀਂ ਨਤੀਜੇ ਐਲਾਨ ਸਕਦੇ ਹੋ। ਮੈਂ ਸਿਰਫ ਸਿਸਟਮ ਸਮਝਣਾ ਚਾਹੁੰਦਾ, ਕਿਸ ਪੈਮਾਨੇ ਦੇ ਆਧਾਰ ਤੇ ਨਤੀਜੇ ਐਲਾਨੇ ਗਏ ਨੇ? ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਨਤੀਜੇ ਐਲਾਨਣ ਦੇ ਵਿੱਚ ਜੋ ਐਗਜ਼ਾਮਿਨਿੰਗ ਬੋਡੀ ਹੈ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜੀ, ਤੇ ਆਮ ਤੌਰ ਤੇ ਇੱਕ ਬੜਾ ਭੁਲੇਖਾ ਪੈਂਦਾ ਹੈ, ਇੱਕ ਹੈ ਸਕੂਲ ਸਿੱਖਿਆ ਵਿਭਾਗ ਜੀ, ਜਿਸ ਨੂੰ ਅਸੀਂ ਕਹਿੰਦੇ ਹਾਂ ਐਜੂਕੇਸ਼ਨ ਡਿਪਾਰਟਮੈਂਟ, ਜੋ ਪੰਜਾਬ ਸਰਕਾਰ ਦਾ ਹੈ, ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇੱਕ ਐਗਜ਼ਾਮਿਨਿੰਗ ਬੋਡੀ ਹੈ। ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੇ ਪੜ੍ਹਨ ਲਈ ਸਾਰੀਆਂ ਸੁਵਿਧਾਵਾਂ ਅਧਿਆਪਕਾਂ ਤੋਂ ਲੈ ਕੇ ਇਨਫਰਾਸਟ੍ਰਕਚਰ ਤੋਂ ਲੈ ਕੇ ਦੇਣੀਆਂ ਹੁੰਦੀਆਂ ਨੇ, ਔਰ ਪੰਜਾਬ ਸਕੂਲ ਸਿੱਖਿਆ ਬੋਰਡ ਜੋ ਹੈ ਉਹ ਇਮਤਿਹਾਨ ਲੈਂਦਾ ਹੈ, ਜਿਹਦੇ 'ਚ ਪੇਪਰ ਸੈੱਟ ਕਰਨੇ, ਪੇਪਰ ਬਣਾਉਣੇ, ਪੇਪਰ ਤਿਆਰ ਕਰਨੇ, ਔਰ ਉਸ ਨੂੰ ਸੈਂਟਰ ਦੇ ਵਿੱਚ ਪਹੁੰਚਾਉਣਾ, ਸੈਂਟਰ ਦਾ ਅਰੇਂਜਮੈਂਟ ਕਰਾਉਣਾ ਸਕੂਲ ਸਿੱਖਿਆ ਵਿਭਾਗ ਤੋਂ, ਔਰ ਉਸ ਤੋਂ ਬਾਅਦ ਉਸ ਦੀ ਇਵੈਲੂਏਸ਼ਨ ਕਰਕੇ ਉਸ ਦਾ ਨਤੀਜਾ ਡਿਕਲੇਅਰ ਕਰਨਾ। ਠੀਕ ਹੈ, ਇਹ ਦੋਨੋਂ ਅਲੱਗ-ਅਲੱਗ ਭਾਵੇਂ ਜੁੜੀਆਂ ਹੋਈਆਂ ਚੀਜ਼ਾਂ ਨੇ, ਪਰ ਇਹ ਦੋਨੋਂ ਅਲੱਗ-ਅਲੱਗ ਬਾਡੀਜ਼ ਬੋਰਡ ਤੇ ਸਿੱਖਿਆ ਵਿਭਾਗ, ਮੋਸਟਲੀ ਮੈਂ ਇਸ ਕਰਕੇ ਕਹਿਣਾ ਚਾਹੁੰਦਾ, ਕਈ ਵਾਰ ਸਿੱਖਿਆ ਬੋਰਡ ਨੂੰ ਵਿਭਾਗ ਲਿਖਿਆ ਜਾਂਦਾ ਤੇ ਵਿਭਾਗ ਨੂੰ ਸਿੱਖਿਆ ਬੋਰਡ ਲਿਖਿਆ ਜਾਂਦਾ। ਬਿਲਕੁਲ ਠੀਕ ਹੈ ਜੀ। ਉਸ ਤੋਂ ਬਾਅਦ ਅੱਜ ਦੇ ਹਾਲਾਤ ਦੇ ਵਿੱਚ ਜਾਂ ਇਨ ਜਨਰਲ ਕੀ ਹੈ ਕਿ ਜਦੋਂ ਇਮਤਿਹਾਨ ਦਾ ਰਿਜ਼ਲਟ ਤਿਆਰ ਹੁੰਦਾ ਹੈ, ਉਸ ਦੇ ਵਿੱਚ ਕਿਉਂਕਿ ਸ਼ੁਰੂ ਤੋਂ ਇਹ ਦੇਖਿਆ ਗਿਆ ਸੀ ਵੀ ਬੱਚਾ 3 ਘੰਟੇ ਦੇ ਵਿੱਚ ਜੋ ਆਪਣੀ ਕਾਰਗੁਜ਼ਾਰੀ ਕਰਦਾ ਹੈ, ਉਸ ਤੋਂ ਬਿਨਾਂ ਕੁਝ ਹੋਰ ਵੀ ਚੀਜ਼ਾਂ ਨੇ ਜੋ ਬੱਚੇ ਦਾ ਬਿਹੇਵੀਅਰ ਸਕੂਲ ਦੇ ਵਿੱਚ, ਔਰ ਉਸ ਦੀ ਅਟੈਂਡੈਂਸ, ਆਲ ਦੀਸ ਥਿੰਗਸ, ਔਰ ਉਸ ਤੋਂ ਬਾਅਦ ਜਿਹੜਾ ਉਸ ਨੇ ਸਾਰੇ ਸਾਲ ਦੇ ਵਿੱਚ ਪੜ੍ਹਿਆ, ਉਸ ਦਾ ਜੋ ਲੇਖਾ ਜੋਖਾ ਹੈ ਉਸ ਨੂੰ ਵੀ ਕੁਝ ਪਰਸੈਂਟੇਜ ਵੇਟੇਜ ਦਿੱਤੀ ਗਈ, ਜੋ ਕਿ 20% ਦੀ ਹੈ, ਔਰ ਬਾਕੀ ਉਸ ਨੇ ਜੋ ਆਪਣੇ ਇਮਤਿਹਾਨ ਦੇ ਵਿੱਚ ਪਰਫਾਰਮੈਂਸ ਕਰਨੀ ਸੀ ਉਸ ਨੂੰ ਐਡ ਕਰਕੇ 100% ਬਣਾ ਲਿਆ ਜਾਂਦਾ ਹੈ, ਜਿਸ ਦੇ ਵਿੱਚੋਂ ਬੱਚੇ ਦੇ ਮਾਰਕਸ ਲੱਗ ਜਾਂਦੇ ਨੇ। ਆਪਾਂ ਇਹ ਸਾਰੇ ਜਾਣਦੇ ਹਾਂ ਕਿ ਇੰਟਰਨਲ ਅਸੈਸਮੈਂਟ ਕਿਉਂਕਿ ਸਕੂਲ ਦਾ ਪਾਰਟ ਹੈ, ਮੋਸਟ ਆਫ ਦਾ ਕੇਸਿਸ ਦੇ ਵਿੱਚ ਇਹੀ ਹੁੰਦਾ ਹੈ ਕਿ ਉਸ ਦੇ ਵਿੱਚ ਸਭ ਤੋਂ ਵਧੀਆ ਨੰਬਰ ਲੱਗ ਜਾਂਦੇ ਨੇ। ਉਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੀ ਪ੍ਰੈਕਟੀਕਲ ਵਰਕ ਹੈ ਉਹ ਆ ਜਾਂਦਾ ਹੈ, ਉਹ ਵੀ ਲਗਭਗ ਉਸ ਦੇ ਨੇੜੇ ਹੁੰਦਾ ਹੈ। ਤੀਜੀ ਜੋ ਬੱਚਾ ਇਮਤਿਹਾਨ ਦਿੰਦਾ ਹੈ ਉਸ ਦੇ ਵਿੱਚ ਮੋਸਟਲੀ ਜਿਹੜੇ ਮਾਰਕਸ ਨੇ ਉਹ ਘੱਟ ਆਇਆ ਕਰਦੇ ਨੇ, ਲੇਕਿਨ ਮਿਲਾ ਕੇ ਕਿਉਂਕਿ ਓਵਰਆਲ ਡਿਵੈਲਪਮੈਂਟ ਵਾਸਤੇ ਸਾਰੀਆਂ ਚੀਜ਼ਾਂ ਦੀ ਜਿਹੜੀ ਹੈ ਉਹ ਰੋਲ ਹੁੰਦਾ ਹੈ, ਇਸ ਕਰਕੇ ਉਸ ਦਾ ਐਗਰੀਗੇਟ ਜਿਹੜਾ ਹੈ ਟੋਟਲ ਲਿਆ ਜਾਂਦਾ ਹੈ। ਹੁਣ ਜੋ ਰਿਜ਼ਲਟ ਤਿਆਰ ਕੀਤਾ ਗਿਆ ਉਹਦੇ ਵਿੱਚ ਜਿਹੜਾ ਇੱਕ ਪਾਰਟ ਸੀ ਉਸੇ ਨੂੰ 20 ਤੋਂ 100 ਦੇ ਵਿੱਚ ਕਰਕੇ ਜਿਹੜਾ ਹੈ ਰਿਜ਼ਲਟ ਤਿਆਰ ਕੀਤਾ ਗਿਆ। ਇਹ ਗੱਲ ਬਾਅਦ ਦੀ ਵਿਸ਼ਾ ਹੈ ਕਿ ਹੋਰ ਹੋ ਕੀ ਸਕਦਾ ਸੀ, ਲੇਕਿਨ ਇਹ ਜ਼ਰੂਰ ਮੈਂ ਕਹਾਂਗਾ ਕਿ ਇਹ ਜਿਹੜਾ ਰਿਜ਼ਲਟ ਬਣਿਆ ਇੱਕ ਬਹੁਤ ਭੁਲੇਖਾ ਪਾਊ ਹੈ। ਇਹਦਾ ਰੀਜ਼ਨ ਕੀ ਹੈ ਕਿ ਅੱਜ ਇੱਕ ਬੱਚਾ ਉਹਨਾਂ ਮਾਰਕਸ ਨੂੰ ਦੇਖ ਕੇ ਕਿਸੇ ਹਾਇਰ ਆਪਣੇ ਜੋ ਵਿਸ਼ਿਆਂ ਦੀ ਚੋਣ ਹੈ ਉਹ ਕਰੇਗਾ, ਉਹ ਇਹ ਸਮਝ ਕੇ ਕਰੇਗਾ ਕਿ ਮੇਰੇ 90% ਮਾਰਕਸ ਨੇ, ਉਹਦੇ ਪੇਰੈਂਟਸ ਵੀ ਉਹਨੂੰ ਉਹੀ ਮਜ਼ਬੂਨ ਦਵਾ ਸਕਦੇ ਨੇ। ਹੋ ਸਕਦਾ ਹੈ ਕੱਲ ਨੂੰ ਜਦੋਂ ਉਸਨੇ ਉਹ ਐਗਜ਼ਾਮ ਉਹ ਤਿਆਰੀ ਕਰਨੀ ਅਗਲੀ ਕਲਾਸ ਦੇ ਵਿੱਚ ਉਹ ਖਰਾ ਨਾ ਉਤਰ ਪਾਵੇ, ਉਸ ਵੇਲੇ ਬੱਚੇ ਨੂੰ ਵੀ ਤੇ ਪੇਰੈਂਟਸ ਨੂੰ ਵੀ ਬਹੁਤ ਵੱਡਾ ਲਾਸ ਜਾਂ ਨਾਮੋਸੀ ਹੋ ਸਕਦੀ ਹੈ। ਇਸ ਕਰਕੇ ਉਹ ਅਸੈਸਮੈਂਟ ਮੇਰੇ ਮੁਤਾਬਕ ਇਸ ਤਰ੍ਹਾਂ ਠੀਕ ਤਰ੍ਹਾਂ ਨਹੀਂ ਹੋ ਪਾਈ। ਮੈਂ ਤਾਂ ਇਹ ਗੱਲ ਕਹਿਣੀ ਚਾਹਾਂਗਾ। ਬਿਲਕੁਲ, ਸਵਾਲ ਇਹੀ ਖੜਾ ਹੁੰਦਾ ਹੈ। ਅੱਜ ਬੜੇ ਸਾਰੇ ਸਵਾਲ ਲੋਕ ਇਸੇ ਕਰਕੇ ਚੁੱਕ ਰਹੇ ਨੇ ਕਿ ਜਿਹੜੀ ਇਹ ਅਸੈਸਮੈਂਟ ਕੀਤੀ ਹੈ, ਹਾਲ ਫਿਲਹਾਲ ਤੁਸੀਂ ਬੱਚਿਆਂ ਨੂੰ ਸਾਰਿਆਂ ਨੂੰ ਇੱਕ ਟੀਚਾ ਮਿੱਥ ਲਿਆ ਕਿ ਪਾਸ ਕਰਨਾ ਹੈ, ਤੁਸੀਂ ਕਰ ਦਿੱਤਾ, ਪਰ ਅੱਗੇ ਫਿਊਚਰ ਦੇ ਵਿੱਚ ਉਹ ਬੱਚਾ ਉਹਨਾਂ ਨੰਬਰਾਂ ਦੇ ਆਧਾਰ ਤੇ ਹਾਇਰ ਐਜੂਕੇਸ਼ਨ ਜਾਂ ਕਿਸੇ ਮੁਸ਼ਕਲ ਟੈਸਟ ਦੇ ਵਿੱਚ ਫਸ ਜਾਂਦਾ ਹੈ, ਫਿਰ ਉੱਥੇ ਉਹਨੂੰ ਜਿਹੜੀ ਨਮੋਸ਼ੀ ਚੱਲਣੀ ਪਏਗੀ, ਨਾ ਸਿਰਫ ਬੱਚੇ ਨੂੰ, ਬੱਚੇ ਦੇ ਪਰਿਵਾਰ ਨੂੰ ਆਰਥਿਕ ਨੁਕਸਾਨ ਵੀ ਹੋਏਗਾ, ਉਹਦਾ ਖਮਿਆਜ਼ਾ ਕਿਵੇਂ ਭੁਗਤਿਆ ਜਾਏਗਾ? ਟੋਲ ਸਾਹਿਬ, ਇੱਕ ਰਿਐਕਸ਼ਨ ਮੈਂ ਸਾਰਾ ਤੋਂ ਲੈ ਲਾਂ, ਫਿਰ ਮੈਂ ਤੁਹਾਡੇ ਕੋਲ ਵਾਪਸ ਆਣਾ। ਪਿਆਰਲਾਲ ਗਰਗ ਸਾਹਿਬ, ਤੁਸੀਂ ਵੀ ਰਜਿਸਟਰਾਰ ਰਹੇ ਹੋ। ਇਹ ਜਿਹੜਾ ਰਿਜ਼ਲਟ ਐਲਾਨਿਆ ਗਿਆ, ਆਪਾਂ ਜਦੋਂ ਬੋਰਡ ਵੱਲ ਦੇਖਦੇ ਹਾਂ, ਮੈਂ ਬੋਰਡ ਦੇ ਕੰਟਰੋਲਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਸੀਗਾ ਵੀ ਅਸੀਂ ਬੱਚੇ ਦਾ ਬਿਹੇਵੀਅਰ ਦੇਖਿਆ ਜੀ, ਅਸੀਂ ਬੱਚੇ ਨੇ ਆਨਲਾਈਨ ਕਲਾਸਾਂ ਕਿੰਨੀਆਂ ਅਟੈਂਡ ਕੀਤੀਆਂ ਉਹ ਦੇਖੀਆਂ, ਬੱਚੇ ਨੇ ਹੋਰ ਕਰਿਕੂਲਮ ਐਕਟੀਵਿਟੀਜ਼ ਦੇ ਵਿੱਚ ਕਿੰਨਾ ਕੁ ਸ਼ਾਮਲ ਰਿਹਾ ਉਹ ਦੇਖਿਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਹੀ ਨਤੀਜਾ ਐਲਾਨਿਆ। ਤੁਹਾਨੂੰ ਇਹ ਅਸੈਸਮੈਂਟ ਠੀਕ ਲੱਗ ਰਹੀ ਹੈ ਜੋ ਕੀਤੀ ਗਈ ਹੈ? ਦੇਖੋ, ਇਹ ਜਸਟੀਫਿਕੇਸ਼ਨਾਂ ਨੇ ਸਾਰੀਆਂ ਹਰਪ੍ਰੀਤ ਜੀ। ਗਿਵਨ ਸਿਚੁਏਸ਼ਨ 'ਚ 100 ਤਰ੍ਹਾਂ ਦਾ ਜਦ ਕੋਈ ਗੜਬੜ ਹੋ ਜੇ ਉਦੋਂ 100 ਐਕਸਪਲੇਨੇਸ਼ਨ ਹੁੰਦੀਆਂ ਨੇ।
ਦੇਖਣ ਦੀ ਇਹ ਲੋੜ ਹੁੰਦੀ ਹੈ ਕਿ ਅਸੀਂ ਗਿਵਨ ਸਿਚੁਏਸ਼ਨ ਕਰ ਕੀ ਸਕਦੇ ਸੀ ਜੀ ਤੇ ਅਸੀਂ ਉਹ ਕਿਉਂ ਨਹੀਂ ਕਰਿਆ। ਤੇ ਜਿਹੜਾ ਇਹ ਕਹਿੰਦੇ ਨੇ ਵੀ ਅਸੀਂ ਬਿਹੇਵੀਅਰ ਦੇਖਿਆ, ਬਿਹੇਵੀਅਰ ਦੇ ਵਾਸਤੇ ਠੀਕ ਹੈ, ਬਿਹੇਵੀਅਰ ਦੇ ਨੰਬਰ ਹੋਣੇ ਚਾਹੀਦੇ ਨੇ, ਠੀਕ ਹੈ, ਬੱਚੇ ਦੀ ਅਟੈਂਡੈਂਸ ਦੇ ਨੰਬਰ ਹੋਣੇ ਚਾਹੀਦੇ ਨੇ, ਕਲਾਸਾਂ ਅਟੈਂਡ ਦੇ ਵੀ ਹੋਣੇ ਚਾਹੀਦੇ ਨੇ, ਫਿਰ ਤਾਂ ਪੇਪਰ ਦਾ ਕੋਈ ਮੀਨਿੰਗ ਨਹੀਂ ਰਿਹਾ। ਪੇਪਰ ਇਸ ਵਾਸਤੇ ਹੁੰਦਾ ਹੈ ਵੀ ਉਹ ਚੰਗਾ ਬਿਹੇਵ ਕਰਨ ਵਾਲਾ, ਲਗਾਤਾਰ ਕਲਾਸਾਂ ਅਟੈਂਡ ਕਰਨ ਵਾਲਾ, ਹੋਰ ਚੰਗੇ ਕੰਮ ਕਰਨ ਵਾਲਾ ਸਕੂਲ 'ਚ, ਉਹਨੇ ਪੜ੍ਹਾਈ 'ਚ ਪ੍ਰਾਪਤੀ ਕਿੰਨੀ ਕਰੀ ਹੈ। ਕਲਾਸ ਅਟੈਂਡ ਕਰਨਾ ਹੋਰ ਗੱਲ ਹੈ, ਪ੍ਰਾਪਤੀ ਹੋਣੀ ਹੋਰ ਗੱਲ ਹੈ। ਉਹ ਪ੍ਰਾਪਤੀ ਦੇਖਣ ਦਾ, ਹਾਲਾਂਕਿ ਉਹ ਵੀ ਕੋਈ ਬਹੁਤ ਵੱਡਾ ਸਾਇੰਟੀਫਿਕ ਤਰੀਕਾ ਨਹੀਂ ਹੈ, ਪਰ ਕਿਉਂਕਿ ਜੋ ਚੱਲ ਰਿਹਾ ਉਹਦੇ 'ਚ ਬਦਲਾਅ ਕਾਫੀ ਦੇਰ ਤੋਂ ਨਹੀਂ ਕਰਿਆ। ਅਸੀਂ ਵੀ ਇਦਾਂ ਹੀ ਧਿਆਨ ਦਿੰਦੇ ਆਏ ਹਾਂ ਤੇ 50-60 ਸਾਲ ਤੋਂ ਹੀ ਕੁਝ ਚੱਲ ਰਿਹਾ। ਉਹ ਬਦਲਾਅ ਬੇਸ਼ੱਕ ਨਹੀਂ ਹੋਇਆ, ਪਰ ਅੱਜ ਜਿਹੜਾ ਨਤੀਜਾ ਇਸ ਤਰ੍ਹਾਂ ਐਲਾਨੇ ਹੈ, ਇਹ ਵੈਸੇ ਕੋਈ ਨਾ ਤਾਂ ਵਿਗਿਆਨਕ ਤਰੀਕੇ ਨਾਲ ਠੀਕ ਹੈ, ਨਾ ਸਾਈਕੋਲੋਜੀ ਬੱਚਿਆਂ ਦੀ ਜਿਹੜੀ ਆ ਉਹਦੇ ਨਾਲ ਠੀਕ ਹੈ, ਚਾਈਲਡ ਸਾਈਕੋਲੋਜੀ ਜਿਹਨੂੰ ਅਸੀਂ ਕਹਿੰਦੇ ਆ, ਨਾ ਐਡੋਲੇਸੈਂਟ ਸਾਈਕੋਲੋਜੀ ਨਾਲ ਠੀਕ ਆ, ਕਿਉਂਕਿ ਬੱਚੇ ਐਡੋਲੇਸੈਂਟ ਨੇ ਬਹੁਤੇ ਇਹਨਾਂ 'ਚ, ਤੇ ਨਾ ਇਹ ਉਹਨਾਂ ਦੇ ਭਵਿੱਖ ਵਾਸਤੇ ਠੀਕ ਆ। ਜਿਹੜਾ ਅਗਲੇ ਕੋਰਸਾਂ 'ਚ ਦਾਖਲਾ ਵੀ ਉੱਥੇ ਵੀ ਇੱਕ ਪ੍ਰੋਬਲਮ ਆਏਗੀ, ਜਿੱਥੇ ਤਾਂ ਉਹ ਲੈਂਦੇ ਨੇ ਆਪੇ ਟੈਸਟ, ਚਾਹੇ ਆਨਲਾਈਨ ਲੈਣ ਚਾਹੇ ਕੋਈ ਲੈਣ, ਉੱਥੇ ਤਾਂ ਮਾੜੀ ਮੋਟੀ ਜੀ ਨਿਸ਼ਾਨ ਹੋ ਜਾਏਗੀ। ਜਿੱਥੇ ਬਿਨਾਂ ਟੈਸਟ ਦੇ 10ਵੀਂ ਦੇ ਨੰਬਰ ਦੇ ਆਧਾਰ ਤੇ ਦਾਖਲਾ ਕਰਨਾ ਹੈ, ਆ ਪਰਟੀਕੂਲਰਲੀ 11ਵੀਂ 12ਵੀਂ 'ਚ 10ਵੀਂ ਦੇ ਨੰਬਰ ਦੇ ਆਧਾਰ ਤੇ ਹੁੰਦਾ ਹੈ, ਉੱਥੇ ਵਾਕਈ ਉਹਨੇ ਮੈਡੀਕਲ ਗਰੁੱਪ ਲੈਣਾ ਹੈ, ਨਾਨ ਮੈਡੀਕਲ ਲੈਣਾ ਹੈ, ਆਰਟਸ ਦਾ ਲੈਣਾ ਹੈ ਜਾਂ ਕੋਈ ਹੋਰ ਲੈਣਾ ਹੈ ਉਸਨੇ, ਉਹ ਕਾਫੀ ਮੁਸ਼ਕਲ ਹੋ ਜਾਏਗਾ। ਕਮਰਸ ਲੈਣਾ ਹੈ, ਕੀ ਕਰਨਾ ਹੈ, ਉਹਦੇ ਵਿੱਚ ਵਾਕਈ ਬਹੁਤ ਵੱਡੀ ਦਿੱਕਤ ਆਏਗੀ। ਬੱਚੇ ਗਲਤ ਚੋਣ ਕਰ ਸਕਦੇ ਨੇ। ਮਾਪਿਆਂ ਦੀ ਤਾਂ ਹਮੇਸ਼ਾ ਹੀ ਇੱਛਾ ਹੁੰਦੀ ਹੈ ਵੀ ਸਾਡਾ ਬੱਚਾ ਡਾਕਟਰ ਬਣੇ, ਇੰਜੀਨੀਅਰ ਬਣੇ, ਸਾਡਾ ਬੱਚਾ ਕਮਰਸ ਜਾਵੇ, ਆਰਟਸ ਤਾਂ ਸਭ ਤੋਂ ਬਾਅਦ ਚੋਣ ਹੈ। ਮਾਪੇ ਆਪਦਾ ਥੋਪਣਗੇ ਵੀ ਤੇਰੇ ਇੰਨੇ ਨੰਬਰ ਆਏ ਨੇ, ਤੂੰ ਕਿਉਂ ਨਹੀਂ ਲੈਂਦਾ। ਕਾਲਜਾਂ ਸਕੂਲਾਂ 'ਚ ਲੜਾਈ ਹੋਊਗੀ ਵੀ ਦੇਖੋ ਜੀ ਸਾਡੇ ਬੱਚੇ ਦੀ, ਇਹ ਕਾਫੀ ਔਖਾ ਹੈ। ਇਹਨਾਂ ਨੇ ਇੱਕ ਹੱਲ ਕਰਦੇ ਕਰਦੇ ਦੂਜਾ ਪ੍ਰੋਬਲਮ ਕ੍ਰੀਏਟ ਕਰਦੀ, ਕਿਉਂਕਿ 11ਵੀਂ 12ਵੀਂ 'ਚ ਦਾਖਲਾ ਵੀ ਜਿਵੇਂ ਕਿਉਂਕਿ ਸਰਕਾਰੀ ਸਕੂਲ ਨੇ ਬਹੁਤ ਸਾਰੇ ਤੇ ਬਾਕੀ ਪ੍ਰਾਈਵੇਟ ਨੇ, ਉਹ ਪ੍ਰਾਈਵੇਟ ਔਰ ਸਰਕਾਰੀ, ਪ੍ਰਾਈਵੇਟ ਔਰ ਤਾਂ ਜਿੱਦਾਂ ਕਰਦੇ ਨੇ ਕਰ ਲੈਣਗੇ, ਉਹਨਾਂ ਦਾ ਕੋਈ ਪਹਿਲਾਂ ਵੀ ਸਰਕਾਰ ਦਾ ਕੋਈ ਬਹੁਤਾ ਕੰਟਰੋਲ ਨਹੀਂ, ਉਹ ਜਿਵੇਂ ਮਰਜ਼ੀ ਵੀ ਕਰਦੇ ਨੇ, ਤੇ ਜਿਹੜਾ ਕੰਟਰੋਲ ਕਰ ਸਕਦੀ ਹੈ ਸਰਕਾਰ ਉਹ ਵੀ ਨਹੀਂ ਕਰਦੀ। ਤੇ ਪਰ ਸਰਕਾਰੀ ਸਕੂਲਾਂ 'ਚ ਬਹੁਤ ਵੱਡੀ ਸਮੱਸਿਆ ਆਊਗੀ। ਉਹ ਇਸ ਕਰਕੇ ਆਏਗੀ ਕਿ ਬੱਚਾ ਕਿਹੜਾ ਸਬਜੈਕਟ ਲਵੇ, ਚੋਣ ਕਿਹੜੀ ਕਰੇ। 11ਵੀਂ 12ਵੀਂ 'ਚ ਉਹ ਮੈਡੀਕਲ ਗਰੁੱਪ ਲਵੇ, ਨਾਨ ਮੈਡੀਕਲ ਗਰੁੱਪ ਲਵੇ, ਜਾਂ ਉਹ ਕਮਰਸ ਲਵੇ ਜਾਂ ਆਰਟਸ ਜਾਵੇ। ਉੱਥੇ ਕਾਫੀ ਦਿੱਕਤ ਆਏਗੀ ਸਕੂਲਾਂ ਨੂੰ ਵੀ, ਮਹਿਕਮੇ ਨੂੰ ਵੀ, ਮਾਪਿਆਂ ਨੂੰ ਵੀ ਤੇ ਬੱਚਿਆਂ ਨੂੰ ਵੀ। ਗਰਗ ਸਾਹਿਬ, ਇਹ ਨਹੀਂ ਹੋਣਾ ਚਾਹੀਦਾ। ਜਿਵੇਂ ਬੋਰਡ ਕਹਿੰਦਾ ਕਿ ਸਾਡੇ ਕੋਲ ਹੁਣ ਵਿਕਲਪ ਕੀ ਸੀਗਾ, ਸਾਡੇ ਕੋਲ ਵਿਕਲਪ ਸਿਰਫ ਇਹੀ ਸੀਗਾ ਕਿ ਅਸੈਸਮੈਂਟ ਦੇ ਆਧਾਰ ਤੇ ਹੀ ਬੱਚੇ ਪਾਸ ਕਰਦੇ, ਆਫਲਾਈਨ ਅਸੀਂ ਲੈ ਨਹੀਂ ਸਕਦੇ, ਆਨਲਾਈਨ ਲੈਣ ਵਰਗੀ ਸਮਰੱਥਾ ਨਹੀਂ ਹੈਗੀ, ਫਿਰ ਕੀਤਾ ਕੀ ਜਾਂਦਾ? ਨਹੀਂ, ਗਲਤ ਕਹਿੰਦਾ ਬੋਰਡ। ਜਦ ਤੁਸੀਂ ਕੁਝ ਨਾ ਕਰੋ ਨਾ, ਅਸਲ 'ਚ ਕੀ ਹੈ, ਇਹ ਪੱਲਾ ਝਾੜਨਾ ਬੜਾ ਸੌਖਾ ਹੈ। 3 ਲੱਖ ਬੱਚਾ ਬੋਰਡ ਕੋਲ ਅਪੀਅਰ ਹੁੰਦਾ ਜੀ 10ਵੀਂ ਦੇ ਵਿੱਚ, 3 ਤੋਂ 4 ਲੱਖ ਕੱਢ ਲੈਣ ਡਾਟਾ, ਜਿਹੜਾ ਮਰਜ਼ੀ ਜਿੱਦਾਂ ਮਰਜ਼ੀ ਕੱਢ ਲੈਣ। 3 ਤੋਂ 4 ਲੱਖ ਬੱਚਾ ਜਿਹੜਾ ਉਹ ਅਪੀਅਰ ਹੁੰਦਾ ਹੈ। ਤਕਰੀਬਨ ਜੇ ਅਸੀਂ ਕਹੀਏ ਇਹ 3600 ਤਾਂ ਸੀਨੀਅਰ ਸੈਕੰਡਰੀ ਸਕੂਲ ਤੇ ਹਾਈ ਸਕੂਲ ਸਰਕਾਰ ਦਾ ਆਪਦਾ ਹੈ, ਤੇ ਬਾਕੀ ਕੁਝ ਪ੍ਰਾਈਵੇਟ ਨੇ। 6000 ਸਕੂਲ ਹੈ, 6000 ਸਕੂਲ 'ਚ ਜਿਹੜਾ 4 ਲੱਖ ਬੱਚਾ ਅਪੀਅਰ ਹੋਣਾ ਹੈ, ਉਹਦਾ ਤੁਸੀਂ ਇੱਕ ਕੰਪੋਜ਼ਿਟ ਪੇਪਰ ਬਣਾ ਦਿਓ, ਆਨਲਾਈਨ ਕੰਪੋਜ਼ਿਟ ਪੇਪਰ ਬਣਾ ਕੇ ਇੱਕ ਦਿਨ ਤੁਸੀਂ ਅਸੈਸਮੈਂਟ ਕਰ ਲਓ। ਜ਼ਰੂਰੀ ਹੈ ਤੁਸੀਂ ਬਹੁਤ ਲੰਬਾ ਕਰਨਾ, ਉਹ ਕੰਪੋਜ਼ਿਟ ਪੇਪਰ ਬਣਾ ਕੇ ਆਨਲਾਈਨ ਡਿਸਟੈਂਸ ਮੇਨਟੇਨ ਕਰਕੇ, ਐਗਜ਼ਾਮੀਨੇਸ਼ਨ ਹਾਲ ਸਕੂਲਾਂ 'ਚ ਮਾੜਾ ਮੋਟਾ ਹੁੰਦਾ ਹੀ ਹੈ, ਉੱਥੇ ਡਿਸਟੈਂਸ ਮੇਨਟੇਨ ਕਰਕੇ ਕਈ ਬੈਚਸ 'ਚੋਂ ਇਮਤਿਹਾਨ ਲੈ ਸਕਦੇ ਸੀ, ਪਰ ਉੱਤੇ ਮਿਹਨਤ ਕਰਨੀ ਪੈਣੀ ਸੀ। ਉਹ ਮਿਹਨਤ ਇਹਨਾਂ ਨੇ ਕਰੀ ਨਹੀਂ, ਇਹਨਾਂ ਕੋ ਚਲਾਈ ਸਾਲ ਲਓ। ਤੁਹਾਨੂੰ ਲੱਗਦਾ ਕਿ ਸੌਖਾ ਰਾਹ ਲੱਭ ਲਿਆ ਇਹਨਾਂ ਨੇ? ਹਾਂ, ਸੌਖਾ ਤਰੀਕਾ ਲੱਭ ਲਿਆ, ਜਿਹਦੇ ਵਿੱਚ ਇਹਨਾਂ ਦਾ ਤਾਂ ਕੁਝ ਨਹੀਂ ਜਾਂਦਾ। ਬੋਰਡ ਨੂੰ ਆਪਦੀ ਤਨਖਾਹ ਮਿਲੀ ਜਾਣੀ ਹੈ, ਬੋਰਡ ਦੇ ਆਪਦੇ ਪੈਸੇ ਮਿਲ ਜਾਣੇ ਨੇ ਫੀਸਾਂ ਦੇ। ਇਹਦੇ 'ਚ ਬੱਚਿਆਂ ਦਾ ਭਵਿੱਖ ਦਾਤ ਹੈ, ਟੀਚਰਾਂ ਨੂੰ ਕੋਈ ਫਰਕ ਨਹੀਂ ਪੈਂਦਾ, ਨਾ ਸਰਕਾਰੀ ਨੂੰ ਨਾ ਪ੍ਰਾਈਵੇਟ ਨੂੰ। ਪ੍ਰਾਈਵੇਟ ਨੂੰ ਵੈਸੇ ਹੀ ਤਨਖਾਹ ਨਹੀਂ ਮਿਲਦੀ ਬਹੁਤੀ, ਤੇ ਸਰਕਾਰੀ ਨੂੰ ਵੈਸੇ ਉਹਨਾਂ ਨੂੰ ਵਿਹਲਾ ਹੀ ਹੈ ਕੰਮ। ਸੋ ਇਸ ਕਰਕੇ ਇਹ ਨਾ ਇਹ ਸਾਇੰਟੀਫਿਕ ਤਰੀਕਾ ਹੈ, ਨਾ ਇਹ ਐਜੂਕੇਸ਼ਨ ਦੇ ਹਿਸਾਬ ਨਾਲ ਤਰੀਕਾ, ਇਹ ਗਲਤ ਤਰੀਕਾ। ਠੀਕ ਹੈ, ਸੈਕਟਰੀ ਸਾਹਿਬ ਤੋਂ ਜਵਾਬ ਲੈਣਾ। ਸੈਕਟਰੀ ਸਾਹਿਬ, ਤੁਸੀਂ ਚੇਅਰਮੈਨ ਵੀ ਹੋ ਕਨਫੈਡਰੇਸ਼ਨ ਆਫ ਕਾਲਜ ਐਂਡ ਸਕੂਲ ਆਫ ਪੰਜਾਬ ਦੇ, ਔਰ ਸਰਕਾਰ ਵੀ ਤੁਹਾਡੀ ਹੈਗੀ ਹੈ, ਨਾਪ ਤੋਲ ਕੇ ਤੁਹਾਨੂੰ ਜਵਾਬ ਦੇਣਾ ਪਏਗਾ ਕਿ ਵਾਕਈ ਤੁਸੀਂ ਬੋਰਡ ਦੇ ਫੈਸਲੇ ਨਾਲ ਸਹਿਮਤ ਹੋ? ਜਿਹੜਾ ਨਤੀਜਾ ਉਹਨਾਂ ਨੇ ਐਲਾਨਿਆ ਬਿਲਕੁਲ ਠੀਕ ਐਲਾਨਿਆ, ਹੋਰ ਕੋਈ ਵਿਕਲਪ ਨਹੀਂ ਸੀਗਾ? ਆਪੀ ਜੀ ਦੇਖੋ, ਇਸ ਤਰ੍ਹਾਂ ਹੈ ਕਿ ਇਹ ਮਸਲਾ ਬਹੁਤ ਹੀ ਗੰਭੀਰ ਹੈ, ਸਾਡੇ ਪੰਜਾਬ ਦੀ ਆਉਣ ਵਾਲੀ ਜਨਰੇਸ਼ਨ ਦੇ ਨਾਲ ਤਾਲੁਕ ਰੱਖਦਾ ਹੈ। ਇਹ ਗੱਲ ਸਹੀ ਹੈ ਕਿ ਜਿਹੜਾ ਕੋਵਿਡ ਦਾ ਸਮੇਂ ਚੱਲ ਰਿਹਾ, ਐਕਸਟਰਾ ਆਰਡਨਰੀ ਹਾਲਾਤ ਨੇ, ਪਿਛਲੀ ਸਾਰੀ ਸਦੀ 'ਚ 100 ਸਾਲ 'ਚ ਐਸੇ ਹਾਲਾਤ ਨਹੀਂ ਦੇਖੇ ਜਿਹੜੇ ਹੁਣ ਦੇਖਣ ਜਾ ਰਹੇ ਨੇ। ਤੇ ਇਹ ਹਾਲਾਤਾਂ ਨੂੰ ਦੇਖਦੇ ਹੋਏ ਕੁਝ ਫੈਸਲੇ ਲੈਣੇ ਪੈਣੇ ਸੀ, ਅਫਸਰਾਂ ਨੇ ਫੈਸਲੇ ਲਿੱਤੇ ਨੇ। ਪਰ ਤੁਸੀਂ ਇੱਕ ਬੜਾ ਅੱਛਾ ਕੁਐਸਚਨ ਕੀਤਾ ਸੀਗਾ ਕਿ ਕਿਆ ਬੋਰਡ ਦੇ ਕੋਲ ਕੋਈ ਹੋਰ ਵਿਕਲਪ ਹੈ ਸੀ ਕਿ ਨਹੀਂ ਸੀ ਹੈਗਾ ਜੀ। ਮੈਂ ਸਮਝਦਾ ਕਿ ਇੱਥੇ ਮੈਂ
ਤੁਹਾਡੇ ਦਰਸ਼ਕਾਂ ਨਾਲ ਪੂਰੇ ਪੰਜਾਬ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਬੋਰਡ ਦੇ ਕੋਲ ਇੱਕ ਵਿਕਲਪ ਸੀਗਾ, ਮੇਰੀ ਨੌਲੇਜ 'ਚ ਹੈ ਕਿ ਇੱਕ ਪਲੇਟਫਾਰਮ ਸੀਗਾ admission24.com, ਜਿਨ੍ਹਾਂ ਨੇ ਬੋਰਡ ਨੂੰ ਔਰ ਐਜੂਕੇਸ਼ਨ ਡਿਪਾਰਟਮੈਂਟ ਕਿਸ਼ਨ ਕੁਮਾਰ ਜੀ ਨੂੰ ਪ੍ਰੈਜੈਂਟੇਸ਼ਨ ਦਿੱਤੀ ਕਿ ਸਾਰੇ ਐਗਜ਼ਾਮ ਆਨਲਾਈਨ ਹੋਣਗੇ, ਸਾਰੀ ਪੜ੍ਹਾਈ ਜਿਹੜੀ ਆਨਲਾਈਨ ਹੋਏਗੀ, ਸਾਰਾ ਸਿਸਟਮ ਜਿਹੜਾ ਪੂਰੇ ਦੁਨੀਆ 'ਚ ਚੱਲ ਰਿਹਾ ਉਹ ਲਿਆ ਕੇ ਇੰਟਰਨੈਸ਼ਨਲ ਸਿਸਟਮ ਦਿੱਤਾ ਔਰ ਬੋਰਡ ਨੂੰ ਕਿਹਾ ਔਰ ਪੰਜਾਬ ਸਰਕਾਰ ਨੂੰ ਕਿਹਾ ਕਿ ਬਿਲਕੁਲ ਫ੍ਰੀ ਕਰਾਓ ਤਾਂ ਕਿ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਇਫੈਕਟ ਨਾ ਹੋਵੇ। ਹਿੰਦੁਸਤਾਨ 'ਚ ਕੱਲੀ ਪੰਜਾਬ ਸਰਕਾਰ ਨੂੰ ਇਹ ਆਫਰ ਦਿੱਤੀ ਗਈ, ਪਰ ਅਫਸੋਸ ਹੈ ਕਿ ਉਹਦਾ ਟਰਾਇਲ ਲੈਣ ਦੇ ਬਾਵਜੂਦ ਵੀ ਇੱਕ ਜ਼ਿਲ੍ਹੇ 'ਚ ਲੁਧਿਆਣਾ ਜ਼ਿਲ੍ਹੇ 'ਚ ਪਾਇਲਟ ਪ੍ਰੋਜੈਕਟ ਬਣਾ ਕੇ ਪਾਸ ਕਰਨ ਦੇ ਬਾਵਜੂਦ ਵੀ ਇਹ ਸਾਡੇ ਅਫਸਰ ਜਿਹੜੇ ਆ ਇੰਪਲੀਮੈਂਟ ਨਹੀਂ ਕਰ ਸਕੇ ਔਰ ਸਾਡੇ ਬੱਚਿਆਂ ਦੇ ਭਵਿੱਖ ਨਾਲ ਬੜਾ ਵੱਡਾ ਖਿਲਵਾੜ ਕੀਤਾ, ਕਿਉਂਕਿ ਅਗਰ ਉਹ ਇੰਪਲੀਮੈਂਟ ਕਰਦੇ ਤਾਂ ਪਰ ਸਿਕੜੀ ਸਾਹਿਬ ਤੁਹਾਡੀ ਨੌਲੇਜ ਹੈ ਉਹ ਟ੍ਰਾਇਲ ਠੀਕ ਸੀਗਾ? ਟ੍ਰਾਇਲ ਠੀਕ ਰਿਹਾ ਕਿ ਨਹੀਂ ਰਿਹਾ? ਬਿਲਕੁਲ ਠੀਕ ਸੀਗਾ ਜੀ। ਉਹ ਜਿਹੜਾ ਕੰਪਨੀ ਨੂੰ ਕਿਹਾ ਗਿਆ ਕਿ ਬਿਲਕੁਲ ਤੁਹਾਡਾ ਸਿਸਟਮ ਠੀਕ ਹੈ, ਵੀ ਆਰ ਸੈਟੀਸਫਾਈਡ, ਪਰ ਇੰਪਲੀਮੈਂਟ ਨਹੀਂ ਹੋ ਸਕਿਆ। ਮੈਂ ਤੁਹਾਡੇ ਪ੍ਰੈਸ ਦੇ ਥਰੂ ਜਾਂ ਤੁਹਾਡੇ ਥਰੂ ਚੁੱਕਣਾ ਚਾਹੁੰਦਾ ਮੁੱਦਾ ਕਿ ਜੇ ਸਿਸਟਮ ਅਵੇਲੇਬਲ ਨੇ ਤੇ ਜੇ ਫ੍ਰੀ ਸਾਡੀ ਸਰਕਾਰ ਨੂੰ ਮਿਲਦੇ ਫਿਰ ਵੀ ਕਿਉਂ ਨਹੀਂ ਲਿੱਤੇ ਜਾਂਦੇ? ਇਹ ਸਾਡੀ ਬਿਊਰੋਕ੍ਰੇਸੀ ਨੂੰ ਇਹਦਾ ਜਵਾਬ ਦੇਣਾ ਪਏਗਾ, ਕਿਉਂਕਿ ਐਸੀਆਂ ਚੀਜ਼ਾਂ ਜਿਹੜੀਆਂ ਨੇ ਉਹਦਾ ਸਾਡੇ ਬੱਚਿਆਂ ਦੇ ਭਵਿੱਖ ਨਾਲ ਬਹੁਤ ਵੱਡਾ ਨੁਕਸਾਨ ਹੋਏਗਾ। ਅੱਜ ਉਹ ਸਿਸਟਮ ਜਿਹੜੇ ਦੂਜੀਆਂ ਸਰਕਾਰਾਂ ਨੇ ਦੂਜੇ ਸਾਰੇ ਯੂਨੀਵਰਸਿਟੀਆਂ 'ਚ ਚੱਲ ਰਿਹਾ। ਪਰ ਸਿਕੜੀ ਸਾਹਿਬ ਤੁਹਾਡੀ ਸਰਕਾਰ ਤਾਂ ਪਿੱਠ ਥਪਥਪਾ ਰਹੀ ਹੈ ਕਿ ਦੇਖੋ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਨਤੀਜੇ ਐਲਾਨ ਦਿੱਤੇ, ਸਭ ਤੋਂ ਪਹਿਲਾਂ ਅਸੀਂ ਰਿਜ਼ਲਟ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੱਤਾ। ਉਹ ਤਾਂ ਇਸ ਗੱਲ ਨੂੰ ਇਹ ਕਹਿ ਰਹੇ ਨੇ ਕਿ ਅਸੀਂ ਸਭ ਤੋਂ ਵਧੀਆ। ਇਹ ਦੇਖੋ ਇਹ ਜਿਹੜਾ ਰਿਜ਼ਲਟ ਨਿਕਲਿਆ ਵਾ ਇਹ ਸਿਰਫ ਅਨਨੈਸੈਸਰਲੀ ਮੈਂ ਸਮਝਦਾ ਕਿ ਬੱਚਿਆਂ ਨੂੰ ਵੀ ਔਰ ਪੇਰੈਂਟਸ ਨੂੰ ਵੀ ਢੇਰੇ 'ਚ ਰੱਖਿਆ ਗਿਆ ਔਰ ਇਹੋ ਜਿਹੇ ਰਿਜ਼ਲਟ ਬਣਾਉਣ ਦਾ ਫਾਇਦਾ ਹੀ ਕੋਈ ਨਹੀਂ ਹੈ। ਆਨਲਾਈਨ ਐਗਜ਼ਾਮ ਲੈ ਸਕਦੇ। ਕੈਪਟਨ ਸਾਹਿਬ ਨੇ ਬੱਚਿਆਂ ਨੂੰ ਟੈਬਲੇਟ ਦਿੱਤੇ ਨੇ, ਬੱਚਿਆਂ ਨੂੰ ਮੋਬਾਈਲ ਫੋਨ ਦਿੱਤੇ ਨੇ, ਹਰ ਚੀਜ਼ ਅਵੇਲੇਬਲ ਹੈ, ਸਕੂਲਾਂ 'ਚ ਅਵੇਲੇਬਲ ਹੈ। ਸਿਰਫ ਕੰਮ ਨਾ ਕੀਤਾ ਔਰ ਬੱਚਿਆਂ ਨੂੰ ਪਾਸ ਕਰ ਦਿੱਤਾ, ਇਹ ਤਾਂ ਕੋਈ ਤਰੀਕਾ ਠੀਕ ਨਹੀਂ ਹੈਗਾ ਮੈਂ ਸਮਝਦਾ। ਜਾਂ ਤੇ ਕੋਈ ਸਿਸਟਮ ਅਵੇਲੇਬਲ ਨਾ ਹੁੰਦਾ ਨਾ ਤੇ ਫਿਰ ਮੈਂ ਮੰਨਦਾ ਕਿ ਚਲੋ ਕੋਈ ਐਸੀ ਚੀਜ਼ ਕਰ ਲਓ, ਪਰ ਜੇ ਆਪਣਾ ਉਹ ਤੁਹਾਡਾ ਦਾਵਾ ਬੜਾ ਵੱਡਾ ਹੈ ਕਿ ਜੇ ਕੋਈ ਕੰਪਨੀ ਆਈ ਹੈ ਤੁਹਾਨੂੰ ਫ੍ਰੀ ਸਰਵਿਸਿਜ਼ ਦੇ ਰਹੀ ਹੈ ਔਰ ਉਹਦਾ ਟ੍ਰਾਇਲ ਵੀ ਸਹੀ ਹੋ ਗਿਆ, ਉਸਦੇ ਬਾਵਜੂਦ ਵੀ ਇਹ ਨਹੀਂ ਕੀਤਾ ਗਿਆ, ਤਾਂ ਇੱਕ ਵੱਡਾ ਸਵਾਲ ਜ਼ਰੂਰ ਬਿਊਰੋਕ੍ਰੇਸੀ ਤੇ ਖੜਾ ਹੁੰਦਾ ਹੈ, ਖਾਸ ਤੌਰ ਤੇ ਸਿੱਖਿਆ ਵਿਭਾਗ ਤੇ ਵੀ ਖੜਾ ਹੁੰਦਾ ਹੈ। ਮੈਂ ਇੱਕ ਮਿੰਟ ਵਾਪਸ ਆਣਾ ਤੁਹਾਡੇ ਤੋਂ, ਸਾਰਾ ਤੋਂ ਇੱਕ ਜਵਾਬ ਲੈ ਲਈਏ। ਤੂਰੀ ਸਾਹਿਬ ਚਲੋ ਇਸ ਵਕਤ ਤਾਂ ਤੁਸੀਂ ਵੀ ਖੁਸ਼ ਹੋਵੋਗੇ, ਤੁਹਾਡੇ ਪ੍ਰਾਈਵੇਟ ਸਕੂਲਾਂ ਦੀ ਵੀ ਬੱਲੇ ਬੱਲੇ ਹੋ ਗਈ, ਹੁਣ ਤੁਸੀਂ ਵੀ ਵੱਡੇ ਬੋਰਡ ਲਾਓਗੇ, 98% ਰਿਜ਼ਲਟ, 99% ਰਿਜ਼ਲਟ, ਬੱਚੇ ਵੀ ਖੁਸ਼, ਤੁਸੀਂ ਵੀ ਖੁਸ਼, ਮਾਂ-ਬਾਪ ਵੀ ਖੁਸ਼। ਜੀ ਸਭ ਤੋਂ ਪਹਿਲੀ ਗੱਲ ਤਾਂ ਹਰਪ੍ਰੀਤ ਜਿਹੜੀ ਤੁਸੀਂ ਗੱਲ ਕਰ ਰਹੇ ਆਪਾਂ ਵੀ ਰਿਜ਼ਲਟ 98% ਤੁਸੀਂ ਇੱਕ ਦੋ ਵਾਰ ਕਿਹਾ, ਮੈਂ ਦੱਸਣਾ ਚਾਹਣਾ ਵੀ ਮਿਨੀਮਮ ਰਿਜ਼ਲਟ ਜਿਹੜਾ ਹੈਗਾ ਉਹ 99.89 ਹੈ। ਤੇ ਦੂਸਰੀ ਗੱਲ ਇਹ ਹੈ ਵੀ ਅੱਜ ਇੱਕ ਬਿਆਨ ਵੀ ਲੱਗਿਆ ਸਰਕਾਰ ਦਾ ਵੀ ਸਾਡਾ ਰਿਜ਼ਲਟ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ। ਚਲੋ ਮੈਂ ਇਹ ਗੱਲਾਂ ਨੂੰ ਸਾਈਡ ਤੇ ਰੱਖਦਾ ਹੋਇਆ ਦੱਸਣਾ ਚਾਹਣਾ ਜਿਹੜੀ ਆਪਣੀ ਗੱਲ ਚੱਲ ਰਹੀ ਸੀ, ਇਹ ਬਿਲਕੁਲ ਜਾਪਦਾ ਵੀ ਇਹ ਨਿਰੋਲ ਇੰਟਰਨਲ ਅਸੈਸਮੈਂਟ ਤੋਂ ਬਣਾਇਆ ਹੋਇਆ ਰਿਜ਼ਲਟ ਹੈ, ਕਿਉਂਕਿ ਇਹਨਾਂ ਨੂੰ ਪਤਾ ਸੀਗਾ ਵੀ ਜੇਕਰ ਅਸੀਂ ਬੱਚਿਆਂ ਦੇ ਪ੍ਰੀ ਬੋਰਡ ਵਿੱਚ ਐਡ ਕਰ ਦਿਆਂਗੇ ਤਾਂ ਉੱਥੇ 0 ਮਾਰਕਸ ਵੀ ਆਉਣਗੇ ਤੇ ਉਹ 20 ਦੇ ਵਿੱਚੋਂ 80 ਚੋਂ 0 ਆ ਜਾਣੇ ਨੇ ਤੇ ਕੁਝ ਨਹੀਂ ਬਣਨਾ। ਸੋ ਕਿਤੇ ਨਾ ਕਿਤੇ ਇੱਥੇ ਬਿਲਕੁਲ ਬੱਚੇ ਦੀ ਕਾਰਗੁਜ਼ਾਰੀ ਨੂੰ ਬਿਲਕੁਲ ਮਤਲਬ ਪਰੇ ਰੱਖ ਦਿੱਤਾ ਗਿਆ, ਜਿਹਦੇ ਨਾਲ ਇਸ ਟਾਈਮ ਪੇਰੈਂਟਸ ਦੇ ਵਿੱਚ ਵੀ ਹਾਸੀ ਮਖੌਲ ਚੱਲ ਰਿਹਾ ਵੀ ਸਾਡੇ ਬੱਚੇ ਨੇ ਤਾਂ ਕੀਤੇ ਹੀ ਕੁਝ ਨਹੀਂ ਤੇ 100% ਨੰਬਰ ਆ ਗਏ। ਇਹੋ ਜਿਹੇ ਸਕੂਲ ਨੇ ਜਿੱਥੇ ਬਹੁਤ ਸਾਰੇ ਬੱਚੇ 73% ਬੱਚੇ ਇੱਕ ਸਕੂਲ ਦੇ 100% ਨੰਬਰ ਵਾਲੇ ਨੇ। ਇਹ ਮੈਂ ਦੱਸਣਾ ਚਾਹਣਾ ਵੀ ਇਹ ਮਾਹੌਲ ਹੁਣ ਤਾਂ ਨਹੀਂ ਚੱਲ ਰਿਹਾ, ਪਿਛਲੇ 3 ਸਾਲਾਂ ਤੋਂ ਚੱਲ ਰਿਹਾ। 3 ਸਾਲਾਂ ਤੋਂ ਮੂੰਹ ਜ਼ਬਾਨੀ ਜਿਹੜੇ ਨਿਰਦੇਸ਼ ਆਉਂਦੇ ਰਹੇ ਨੇ ਵੀ ਤੁਸੀਂ ਇੰਟਰਨਲ ਅਸੈਸਮੈਂਟ ਫੁੱਲ ਲਾਉਣੀ ਹੈ ਤੇ ਪ੍ਰਾਈਵੇਟ ਸੰਸਥਾਵਾਂ ਡਰਦੀਆਂ ਹੋਈਆਂ ਥੋੜਾ ਜਿਹਾ ਘੱਟ ਲਾਉਂਦੀਆਂ ਰਹੀਆਂ ਤੇ ਇਸ ਸਾਲ ਉਹਨਾਂ ਨੇ ਵੀ ਫੁੱਲ ਲਾਏ ਨੇ। ਸੋ ਇਸ ਲਈ ਇਹ ਸਾਰਾ ਰਿਜ਼ਲਟ ਜਿਹੜਾ ਹੈਗਾ ਨਿਰੋਲ ਇੰਟਰਨਲ ਅਸੈਸਮੈਂਟ ਦਾ ਰਿਜ਼ਲਟ ਲੱਗ ਰਿਹਾ ਔਰ ਇਹਦੇ ਵਿੱਚ ਬੱਚੇ ਦੀ ਕਾਰਗੁਜ਼ਾਰੀ 0 ਆ। ਮੈਂ ਇੱਕ ਇੱਥੇ ਗੱਲ ਹੋਰ ਦੱਸਣੀ ਚਾਹੁੰਦਾ ਹਰਪ੍ਰੀਤ ਜੀ, ਇਸ ਦੇ ਪੈਰਲਲ ਹੀ CBSE ਨੇ ਵੀ ਇੱਕ ਸਿਸਟਮ ਦੇ ਦਿੱਤਾ ਵੀ ਤੁਸੀਂ ਰਿਜ਼ਲਟ ਕਿਵੇਂ ਬਣਾਉਣਾ। ਉਹ ਦੇਖੋ ਉਹਨਾਂ ਨੇ ਕਿੰਨੀ ਵਧੀਆ ਗੱਲ ਕੀਤੀ ਹੈ, ਦਾ ਹਿਸਟੋਰੀਕਲ ਪਰਫਾਰਮੈਂਸ ਆਫ ਦਾ ਸਕੂਲ ਇਨ ਟਰਮਸ ਆਫ ਦਾ ਬੈਸਟ ਓਵਰਆਲ ਪਰਫਾਰਮੈਂਸ ਇਨ ਦਾ ਪ੍ਰੀਵੀਅਸ 3 ਇਅਰਸ। ਉਹ ਕਹਿੰਦੇ ਪਿਛਲੇ 3 ਸਾਲਾਂ ਦਾ ਹਰੇਕ ਸਕੂਲ ਆਪਦਾ ਰਿਜ਼ਲਟ ਲਵੇ, ਉਹਦੇ ਵਿੱਚੋਂ ਇੱਕ ਰੈਫਰੈਂਸ ਈਅਰ ਮੰਨ ਕੇ ਅਗਰ ਕਿਸੇ ਸਕੂਲ ਦੇ 90% ਤੋਂ ਲੈ ਕੇ 100% ਤੱਕ 10 ਬੱਚੇ ਆਉਂਦੇ ਰਹੇ ਨੇ ਪਿਛਲੇ 3 ਸਾਲਾਂ 'ਚ, ਤਾਂ ਇਸ ਵਾਰ ਵੀ ਜਿਹੜੇ ਨੰਬਰ 10 ਬੱਚਿਆਂ ਦੇ ਹੀ ਉਹ ਇਸ ਰੇਂਜ 'ਚ ਲਾ ਸਕਦੇ ਨੇ। ਅਗਰ 10 ਬੱਚਿਆਂ ਦੇ ਮਾਰਕਸ ਨੇ 50 ਤੋਂ 60% ਆਉਂਦੇ ਰਹੇ ਨੇ ਤਾਂ ਉਹ ਹੁਣ ਲਾ ਸਕਦੇ ਨੇ। ਹੁਣ 2 ਪੈਰਲਲ ਸਿਸਟਮ ਖੜੇ ਹੋ ਗਏ ਪੇਰੈਂਟਸ ਦੇ ਸਾਹਮਣੇ। ਇੱਕ ਉਹ ਬੱਚਿਆਂ ਲਈ ਜਿਹੜੇ CBSE 'ਚ ਪੜ੍ਹ ਰਹੇ ਨੇ,
ਉਹਨਾਂ ਦੇ ਬੱਚੇ ਨੇ ਜਿਹੜੇ ਉਹ ਉਹੀ ਰੇਂਜ ਵਿੱਚ ਰਹਿਣਗੇ ਜਿਹੜੇ ਉਹਨਾਂ ਦੇ ਸਕੂਲ ਵਿੱਚ ਹਿਸਟਰੀ ਰਹੀ ਹੈ ਬੱਚਿਆਂ ਦੀ। ਤੇ ਬੱਚਿਆਂ ਦੀ ਜਿਹੜੀ ਆਪਣਾ ਪ੍ਰੀ ਬੋਰਡ ਨੂੰ ਵੀ ਉਸ ਦਾ ਆਧਾਰ ਬਣਾਇਆ ਗਿਆ, ਉਹਨਾਂ ਨੇ ਫਿਕਸ ਫਾਰਮੂਲਾ ਦਿੱਤਾ, ਲੇਕਿਨ ਉਹ ਫਾਰਮੂਲੇ ਨਾਲ ਵੀ ਅਸੀਂ ਮੰਨਦੇ ਹਾਂ ਕਿਤੇ ਨਾ ਕਿਤੇ ਕਈ ਉਸ ਬੱਚਿਆਂ ਦਾ ਨੁਕਸਾਨ ਵੀ ਹੋਊਗਾ ਤੇ ਕਈਆਂ ਨੂੰ ਫਾਇਦਾ ਵੀ ਹੋਊਗਾ। ਲੇਕਿਨ ਉਸ ਦੇ ਮੁਕਾਬਲੇ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹ ਕੰਮ ਕੀਤਾ ਤਾਂ ਮੈਂ ਸਪਸ਼ਟ ਸ਼ਬਦਾਂ 'ਚ ਕਹੂੰਗਾ ਇਹ ਸੋਚੀ ਸਮਝੀ ਗੱਲ ਕਰਕੇ ਕੀਤਾ, ਇਹ ਕੋਈ ਅਚਨਚੇਤ ਨਹੀਂ ਆ ਗਿਆ। ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ, ਢੋਲ ਸਾਹਿਬ ਨੇ ਵੀ ਦੱਸਿਆ, ਸਾਰਿਆਂ ਨੇ ਦੱਸਿਆ ਵੀ ਇਹਦੇ ਹੋਰ ਹੱਲ ਹੋ ਸਕਦੇ ਸੀ। ਬੜਾ ਸਿੰਪਲ ਹੱਲ ਸੀ, ਵਿਕਲਪਾਂ ਵਾਲਾ ਸੀ ਗਏ ਨਹੀਂ। ਇਹ ਇੱਕ ਵਧੀਆ ਸਵਾਲ ਤੁਸੀਂ ਜ਼ਰੂਰ ਚੁੱਕਿਆ ਕਿ ਸੀਬੀਐਸਈ ਵਰਸਸ ਪੀਐਸਸੀਬੀ ਵੀ ਤਾਂ ਹੋਊਗਾ। ਉਹੀ ਬੱਚੇ ਜਿਹੜੇ ਸੀਬੀਐਸਈ ਤੋਂ ਪੜ੍ਹੇ ਹੋਏ ਨੇ ਉਹਨਾਂ ਦੇ ਨੰਬਰ ਅੱਜ ਘੱਟ ਆਣਗੇ, ਪੰਜਾਬ ਸਕੂਲ ਐਜੂਕੇਸ਼ਨ ਤੋਂ ਪੜ੍ਹੇ ਬੱਚਿਆਂ ਦੇ ਨੰਬਰ ਵੱਧ ਆਣਗੇ। ਜਦੋਂ ਕੱਲ੍ਹ ਨੂੰ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੋਏਗੀ ਤਾਂ ਤਰਜੀਹ ਕਿਹਨੂੰ ਦਿੱਤੀ ਜਾਏਗੀ? ਤਰਜੀਹ ਦਿੱਤੀ ਜਾਏਗੀ ਜਿਹਦੇ 10ਵੀਂ 'ਚ ਵੱਧ ਨੰਬਰ ਆਏ ਨੇ, ਭਾਵੇਂ ਉਹ ਨੰਬਰ ਜਿਵੇਂ ਮਰਜ਼ੀ ਆਏ ਨੇ, ਪਰ ਤਰਜੀਹ ਤਾਂ ਸਿਰਫ ਵੱਧ ਨੰਬਰਾਂ ਨੂੰ ਦਿੱਤੀ ਜਾਏਗੀ। ਖਾਲਿਦ ਸਾਹਿਬ ਇੱਕ ਸਵਾਲ ਹੋਰ ਵੀ ਹੈ, ਉਹਨਾਂ ਨੂੰ ਮਿਲੇਗੀ। ਬਿਲਕੁਲ ਖਾਲਿਦ ਸਾਹਿਬ, ਸਵਾਲ ਮੈਂ ਤੁਹਾਡੇ ਤੋਂ ਇੱਕ ਲੈਣਾ ਚਾਹੁੰਦਾ। ਖਾਲਿਦ ਸਾਹਿਬ, ਹੁਣ ਗੱਲ ਇਹ ਹੈ ਕਿ ਜੇ ਇਹਨਾਂ ਚੀਜ਼ਾਂ ਨੂੰ ਚਲੋ ਆਧਾਰ ਨਾ ਬਣਾਉਂਦੇ, ਇੰਟਰਨਲ ਅਸੈਸਮੈਂਟ ਨੂੰ ਆਧਾਰ ਨਾ ਬਣਾਉਂਦੇ, ਬੱਚਿਆਂ ਦੇ ਕਿਸੇ ਦੇ ਮਾਰਕਸ ਘੱਟ ਆ ਜਾਂਦੇ, ਕੋਈ ਫੇਲ ਵੀ ਹੋ ਜਾਂਦਾ, ਕਿਸੇ ਦੇ ਰੀਪੀਅਰ ਵੀ ਆ ਜਾਂਦੀ। ਅੱਜ ਬੜੀ ਹੈਰਾਨਗੀ ਹੈ ਕਿ ਪੂਰੇ ਪੰਜਾਬ 'ਚ ਸਿਰਫ 12 ਬੱਚੇ ਫੇਲ ਹੋਏ ਨੇ। ਤਾਂ ਤੁਹਾਨੂੰ ਨਹੀਂ ਲੱਗਦਾ ਮਾਂ-ਬਾਪ ਤੇ ਬੱਚੇ ਇਹ ਗੱਲ ਕਹਿੰਦੇ ਕਿ ਨਹੀਂ ਜੀ ਦੇਖੋ, ਅਸੀਂ ਜੇ ਸਾਡੇ ਤੋਂ ਇਮਤਿਹਾਨ ਲੈ ਜਾਂਦੇ ਤਾਂ ਅਸੀਂ ਬਿਲਕੁਲ ਵਧੀਆ ਪਾਸ ਕਰਕੇ ਦਿਖਾਉਂਦੇ, ਸਾਡਾ ਬੱਚਾ ਬੜਾ ਮਿਹਨਤੀ ਹੈ, ਇਹਨਾਂ ਨੇ ਅਸੈਸਮੈਂਟ ਜਾਂ ਪ੍ਰੀ ਬੋਰਡ ਦੇ ਆਧਾਰ ਤੇ ਦੇ ਦਿੱਤੇ ਨੰਬਰ, ਅਸੀਂ ਤਾਂ ਇਸ ਵਾਰ ਬੜੀ ਮਿਹਨਤ ਕੀਤੀ ਹੋਈ ਸੀ, ਅਸੀਂ ਤਾਂ ਅਵਲ ਆ ਜਾਣਾ ਸੀਗਾ। ਇਹ ਇਦਾਂ ਦੀਆਂ ਵੀ ਚੀਜ਼ਾਂ ਵੀ ਤਾਂ ਸ਼ੁਰੂ ਹੋ ਜਾਣੀਆਂ ਸੀ ਫਿਰ। ਦੇਖੋ ਇਦਾਂ ਹਰਪ੍ਰੀਤ ਜੀ, ਆਪਾਂ ਇੱਕ ਅਨਯੂਜ਼ੂਅਲ ਸਿਚੁਏਸ਼ਨ ਚੋਂ ਲੰਘ ਰਹੇ ਹਾਂ, ਇਸ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੀ। ਉਹਦੇ ਵਿੱਚ ਸਿਰਫ ਇੰਨੀ ਸਿਲਵਰ ਲਾਈਨਿੰਗ ਹੈ ਕਿ ਇਹ ਜਿਹੜੇ 2 ਸਾਲ ਹੈ ਇਹ ਜ਼ੀਰੋ ਹੀ। ਖਾਲਿਦ ਸਾਹਿਬ, ਤੁਹਾਡੀ ਆਵਾਜ਼ ਕੱਟ ਗਈ, ਮੈਂ ਦੁਬਾਰਾ ਕਨੈਕਟ ਕਰਨ ਦੀ ਕੋਸ਼ਿਸ਼ ਕਰਦਾ, ਨੈਟ ਦੀ ਪ੍ਰੋਬਲਮ ਲੱਗਦੀ ਹੈ ਥੋੜੀ। ਦੁਬਾਰਾ ਮੈਂ ਤੁਹਾਡੇ ਕੋਲ ਫਿਰ ਵਾਪਸ ਆਣਾ। ਢੋਲ ਸਾਹਿਬ ਤੋਂ ਇੱਕ ਰਿਪਲਾਈ ਲੈਣਾ। ਢੋਲ ਸਾਹਿਬ, ਚਲੋ ਉਹ ਵਿਕਲਪ ਦੀ ਵੀ ਗੱਲ, ਮੈਂ ਵਿਕਲਪ ਦੀ ਗੱਲ ਵੀ ਤੁਹਾਡੇ ਤੋਂ ਪੁੱਛ ਲੈਣਾ ਕਿ ਬੋਰਡ ਦੇ ਸਾਹਮਣੇ ਵਿਕਲਪ ਕੀ ਸੀਗਾ, ਕਿਉਂਕਿ ਇੱਕ ਫਰਕ ਸਾਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਪਏਗਾ ਢੋਲ ਸਾਹਿਬ ਕਿ ਬੜੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਉਹ ਪੜ੍ਹਦੇ ਨੇ ਜਿਹੜੇ ਬੜੇ ਰਿਮੋਟ ਏਰੀਆਜ਼ ਦੇ ਵਿੱਚ ਰਹਿੰਦੇ ਨੇ, ਜਿੱਥੇ ਨੈਟ ਦੀ ਪ੍ਰੋਬਲਮ ਵੀ ਹੈ, ਜਿੱਥੇ ਉਹਨਾਂ ਦੇ ਕੋਲ ਸੁਵਿਧਾ ਵੀ ਨਹੀਂ ਹੈਗੀਆਂ। ਉਹਨਾਂ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਬੋਰਡ ਨਹੀਂ ਕਰ ਸਕਦਾ ਸੀਗਾ। ਦੂਜੀ ਗੱਲ ਇਹ ਹੈ, ਇੱਕ ਸਾਡੇ ਸਾਹਮਣੇ 10ਵੀਂ ਛੱਡ ਕੇ ਇੱਕ ਹੋਰ ਵੱਡੀ ਸਿਚੁਏਸ਼ਨ ਖੜੀ ਹੈ 12ਵੀਂ ਦੇ ਬੱਚਿਆਂ ਦੀ। ਹੁਣ 12ਵੀਂ ਦੇ ਬੱਚਿਆਂ ਦਾ ਭਵਿੱਖ ਵੀ ਦਾਤ ਲੱਗਿਆ ਹੋਇਆ। ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੀ ਵੀ ਅਸੈਸਮੈਂਟ ਨਾਲ ਰਿਜ਼ਲਟ ਐਲਾਨ ਦੇਣੇ ਚਾਹੀਦੇ ਨੇ ਜਾਂ ਉਹਨਾਂ ਦੇ ਐਗਜ਼ਾਮ ਹੋਣੇ ਚਾਹੀਦੇ ਨੇ? ਬਿਲਕੁਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਹੁਣ ਅਗਲਾ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਆਮ ਤੌਰ ਤੇ ਇੱਕ ਐਕਸਕਿਊਜ਼ ਲੈ ਲੈਂਦੇ ਹਾਂ ਵੀ ਬੱਚਿਆਂ ਦੇ ਕੋਲ ਸਿਸਟਮ ਨਹੀਂ ਹੈ, ਅਸੀਂ ਇਹ ਅਡਾਪਟ ਨਹੀਂ ਕਰ ਸਕਦੇ। ਮੈਂ ਉਹ ਵੀ ਗੱਲਾਂ ਦੱਸਾਂਗਾ ਅੱਜ ਦੇਸ਼ ਦੇ ਵਿੱਚ ਕੀ ਪੋਸੀਬਲ ਹੈ ਜੀ। ਜਦੋਂ ਅਸੀਂ ਸਾਡੀ ਵਿਲ ਹੋਵੇ ਮਹਿਕਮੇ ਦੀ, ਸਭ ਕੁਝ ਹੋ ਜਾਂਦਾ ਹੈ। ਮੈਂ ਉਹਦੀ ਇੱਕ ਐਗਜ਼ਾਮਪਲ ਦੇ ਕੇ ਅੱਗੇ ਤੁਰਾਂਗਾ ਜੀ। ਸਕੂਲਾਂ ਦੇ ਵਿੱਚ ਬਾਲਾ ਵਰਕ ਹੋਇਆ, ਬਾਲਾ ਵਰਕ ਜੋ ਤਸਵੀਰਾਂ ਵਗੈਰਾ ਬਣਾ ਕੇ ਸਕੂਲਾਂ ਨੂੰ ਅਟਰੈਕਟਿਵ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਕੀ ਲਾਇਆ ਸਾਰੇ ਜਾਣਦੇ ਨੇ, ਲੇਕਿਨ ਲੋਕਾਂ ਨੇ ਜਿਹਦੇ ਆਪਣੇ ਬੱਚੇ ਵੀ ਉੱਥੇ ਨਹੀਂ ਸੀ ਪੜ੍ਹਦੇ, ਉਹਨਾਂ ਨੇ ਇੰਨੀ ਜ਼ਿਆਦਾ ਮਦਦ ਕੀਤੀ ਹੈ, ਚਾਹੇ ਉਹ NRI ਸੀ, ਚਾਹੇ ਪਿੰਡਾਂ ਦੀਆਂ ਸਭਾਵਾਂ ਸੀਗੀਆਂ, ਅੱਜ ਸਕੂਲਾਂ ਨੂੰ ਚਮਕਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਇਹ ਨਹੀਂ ਸਮਝ ਆਉਂਦੀ ਅੱਜ ਵੀ ਉੱਥੇ ਪੈਸਾ ਲੱਗ ਰਿਹਾ ਹੈ। ਅਗਰ ਉਹ ਪੈਸਾ ਜਦੋਂ ਪਤਾ ਸੀ ਸਕੂਲ ਦੇ ਵਿੱਚ ਬੱਚੇ ਨਹੀਂ ਆ ਰਹੇ, ਅਸੀਂ ਉੱਥੇ ਪੈਸਾ ਲਾ ਰਹੇ ਹਾਂ, ਉਹ ਜਿਹੜਾ ਹੈ ਸਾਡਾ ਜਿਹੜੀ ਟੈਕਨੋਲੋਜੀ ਹੈ ਉਸ ਦੇ ਉੱਤੇ ਲਗਾਇਆ ਜਾ ਸਕਦਾ ਸੀ। ਦੂਸਰੀ ਗੱਲ, ਜੇ ਬੱਚਿਆਂ ਕੋਲ ਨਹੀਂ ਹੈ, ਅੱਜ ਉਹ ਇਮਤਿਹਾਨ ਗਵਰਨਮੈਂਟਸ ਲੈਂਦੀਆਂ ਨੇ ਜਿਹਦੇ ਵਿੱਚ ਕੋਈ ਸਿਲੈਕਸ਼ਨ ਕਰਨੀ ਹੁੰਦੀ ਹੈ, ਚਾਹੇ SS ਬੋਰਡ ਹੈ, ਚਾਹੇ PPSC ਹੈ, ਚਾਹੇ ਡਿਪਾਰਟਮੈਂਟ ਲੋ ਨੇ, ਉਹ ਕੀ ਕਰਦੇ ਨੇ ਕਿ ਆਨਲਾਈਨ ਐਗਜ਼ਾਮ ਅੱਜ ਕੱਲ੍ਹ ਸਾਰਾ ਹੈ, ਇੰਸਟੀਟਿਊਸ਼ਨਸ ਨੂੰ ਹਾਇਰ ਕਰ ਲੈਂਦੇ ਨੇ, ਉੱਥੇ ਸਾਰੀਆਂ ਸੁਵਿਧਾਵਾਂ ਨੇ, ਔਰ ਈਵਨ ਸਾਡੇ ਸਕੂਲਾਂ ਦੇ ਵਿੱਚ ਹਰੇਕ ਸਕੂਲ ਦੇ ਵਿੱਚ ਕੰਪਿਊਟਰ ਲੈਬਸ ਨੇ ਜੀ। ਅੱਜ ਆਨਲਾਈਨ ਮੇਰੇ ਹਿਸਾਬ ਨਾਲ ਕੋਈ ਔਖਾ ਨਹੀਂ ਹੈ ਲੈਣਾ, ਉਹ ਭਾਵੇਂ ਜੋ ਮਰਜ਼ੀ ਕਰੀਏ। ਫਿਰ ਮੈਂ ਹੋਰ ਅੱਗੇ ਚੱਲਾਂ, ਜੇ ਅਸੀਂ ਬਹੁਤ ਜ਼ਿਆਦਾ ਨਹੀਂ ਕਰਦੇ, ਭਾਵੇਂ ਉਹ ਬਹੁਤ ਵਧੀਆ ਨਹੀਂ ਹੈ, ਪਰ ਅੱਜ ਦੇ ਦਿਨ ਵਿੱਚ ਵਧੀਆ ਹੈ। ਮੈਂ ਕਹਿੰਦਾ ਵੀ ਅਗਰ ਸਾਨੂੰ ਲੱਗਦਾ ਹੈ ਵੀ ਜਦੋਂ ਅਸੀਂ ਆਨਲਾਈਨ ਲਵਾਂਗੇ, ਹੋ ਸਕਦਾ ਉਹਦੇ 'ਚ ਨਕਲ ਹੋ ਜਾਵੇ। ਅੱਜ ਤਾਂ PTU ਵਰਗੀਆਂ ਯੂਨੀਵਰਸਿਟੀਜ਼ ਜਿਹੜੀਆਂ ਹੈ ਉਹ ਓਪਨ ਬੁੱਕ ਤੇ ਆ ਗਈਆਂ ਨੇ। ਓਪਨ ਬੁੱਕ ਦੇ ਉੱਤੇ ਵੀ ਮੰਨ ਲਓ ਇੱਕ ਬੱਚਾ ਓਪਨ ਬੁੱਕ ਦੇ ਨਾਲ ਐਗਜ਼ਾਮ ਦਿੰਦਾ ਹੈ, ਮੈਂ ਇਹ ਕਹਿੰਦਾ ਵੀ ਘੱਟ ਤੋਂ ਘੱਟ ਉਸ ਬੱਚੇ ਨੂੰ ਉਹਦਾ ਕੈਲੀਬਰ ਤਾਂ ਪਤਾ ਲੱਗੇਗਾ, ਉਹ ਕਿਸ ਤੋਂ ਅੱਗੇ ਹੈ ਤੇ ਕਿਸ ਤੋਂ ਪਿੱਛੇ ਹੈ। ਜੇ ਬੱਚਾ ਉਹਨੂੰ ਇਹ ਤਾਂ ਪਤਾ ਹੈ ਵੀ ਜਿਹੜਾ ਇਹ ਕੁਐਸਚਨ ਹੈ ਕਿਹੜੇ ਚੈਪਟਰ ਦੇ ਵਿੱਚ ਹੈ, ਇਹਦਾ ਆਨਸਰ ਕੀ ਹੈ, ਚੈਪਟਰ ਦੇ ਵਿੱਚ ਕੀ ਆਨਸਰ ਹੈ। ਇਹਦਾ ਮੇਰਾ ਮਤਲਬ ਕਹਿਣ ਦਾ ਅਗਲਾ ਸਟੈਪ ਹੈ ਇਹ। ਉਸ ਤੋਂ ਬਾਅਦ ਤਾਂ ਅੱਜ ਕੱਲ ਉਹ ਵੀ ਚੀਜ਼ਾਂ ਆ ਗਈਆਂ ਨੇ, ਇੱਕ ਜਿਹੜਾ ਹੈ ਉਹ ਮੈਂਟਲ
ਕੰਪਨੀ ਹੈ। ਸਰ ਨੇ ਬਹੁਤ ਵਧੀਆ ਗੱਲ ਕੀਤੀ ਹੈ ਸੇਖੜੀ ਸਾਹਿਬ ਨੇ ਵੀ ਕੰਪਨੀਆਂ ਕਹਿੰਦੀਆਂ, ਕੰਪਨੀਆਂ ਉਹ ਵੀ ਨੇ ਵੀ ਤੁਸੀਂ ਇੱਥੇ ਬੈਠੇ ਐਗਜ਼ਾਮ ਲੈ ਰਹੇ ਹੋ, ਅਗਰ ਬੱਚਾ ਇੱਧਰ ਉੱਧਰ ਦੇਖਦਾ ਤਾਂ ਬਲੌਕ ਹੋ ਜਾਂਦਾ ਹੈ। ਬਲੌਕ ਮੀਨਸ ਉਹ ਐਗਜ਼ਾਮ ਮੀਨਸ ਉਸ ਦੇ ਉੱਤੇ ਕੀਤੀ ਜਾ ਸਕਦੀ ਹੈ। ਈਵਨ ਮੈਂ ਤੁਹਾਨੂੰ ਚੰਡੀਗੜ੍ਹ ਯੂਨੀਵਰਸਿਟੀ ਦੀ ਐਗਜ਼ਾਮਪਲ ਦਿੰਦਾ, ਉੱਥੇ 30 ਸਟੂਡੈਂਟ ਦੇ ਉੱਤੇ ਇੱਕ ਇਨਵੀਜੀਲੇਟਰ ਲੱਗਿਆ, ਜਿਵੇਂ ਆਪਾਂ ਬੈਠੇ ਹਾਂ ਉੱਥੇ ਉਸ ਨੂੰ 30 ਸਟੂਡੈਂਟ ਦਿਸ ਰਹੇ ਨੇ ਇੱਕ ਦੂਜੇ ਨੂੰ। ਅਗਰ ਉਹ ਸਾਈਡ ਇੱਧਰ ਉੱਧਰ ਕਰਦਾ ਤਾਂ ਉੱਥੇ ਹੀ ਅਨਾਉਂਸਮੈਂਟ ਹੋ ਜਾਂਦੀ ਹੈ ਕਿ ਬੱਚਾ ਤੂੰ ਠੀਕ ਨਹੀਂ ਕਰ ਰਿਹਾ, ਤੇਰੇ ਤੇ ਕੇਸ ਕੀਤਾ ਜਾ ਸਕਦਾ ਹੈ, UMC ਦਾ ਕੇਸ ਬਣ ਜਾਏਗਾ। ਸੈਕੰਡ ਵੇਵ ਚੱਲ ਰਹੀ ਹੈ ਕਰੋਨਾ ਦੀ, ਸਭ ਜਾਣਦੇ ਹਾਂ, ਬੜੀ ਖਤਰਨਾਕ ਹੈ। ਬਹੁਤ ਜ਼ਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਨਿਕਲਿਆ ਕਰੋ, ਨਹੀਂ ਤਾਂ ਘਰ ਵਰਗੀ ਸੁਰੱਖਿਅਤ ਕੋਈ ਥਾਂ ਨਹੀਂ ਹੈ। ਤੇ ਘਰ ਨੂੰ ਸੁਰੱਖਿਅਤ ਬਣਾਉਂਦਾ ਹੈ KEI ਵਾਇਰਸ ਐਂਡ ਕੇਬਲਸ। 15 ਟੈਸਟ ਅਪਰੂਵ, ਤੁਹਾਨੂੰ ਹਰ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕਰੇ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ठीक है, खालिद साहब आवाज आ रही? खालिद साहब हाँ जी, हाँ आवाज आ रही है। देखो हरप्रीत जी गल हैगी है, हरप्रीत जी गल हैगी है जी 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 कि ਜਿਹੜਾ ਪੈਟਰਨ ਹੈ ਚੇਂਜ ਕੀਤਾ ਜਾ ਸਕਦਾ ਥਾ ਐਗਜ਼ਾਮ ਦਾ। ਸ਼ਾਰਟ ਆਨਸਰ ਕੁਐਸਚਨ ਦਾ ਐਗਜ਼ਾਮ ਲੈਤਾ ਜਾ ਸਕਦਾ ਥਾ, ਆਬਜੈਕਟਿਵ ਟਾਈਪ ਲੈਤਾ ਜਾ ਸਕਦਾ ਸੀਗਾ, ਕਲਾਸਰੂਮ ਟੈਸਟ ਲੈਤੇ ਜਾ ਸਕਦੇ ਸੀਗੇ। ਆਪਾਂ ਨੇ ਸਾਰਾ ਦਾਰੋਮਦਾਰ ਜਿਹੜਾ ਸੀਗਾ ਸਿਰਫ ਤੇ ਸਿਰਫ ਇੰਟਰਨਲ ਅਸੈਸਮੈਂਟ ਤੇ ਛੱਡ ਦਿੱਤਾ, ਜਿਹੜਾ ਆਪਣੇ ਆਪ 'ਚ ਹੀ ਬਹੁਤ ਫਾਲਟੀ ਹੈ। ਇਸ ਕਰਕੇ ਆਪਾਂ ਨੇ ਜਿਹੜੇ ਪਾਲਿਸੀ ਮੇਕਰ ਸੀਗੇ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਐਕਸਪਲੋਰ ਨਹੀਂ ਕੀਤੀਆਂ, ਬਿਲਕੁਲ, ਜਿਹਦੇ ਕਰਕੇ ਆਪਾਂ ਇਹਨੂੰ ਥੋੜੀ ਕ੍ਰੈਡੀਬਿਲਿਟੀ ਦੇ ਸਕਦੇ ਸੀਗੇ। ਹੁਣ ਤਾਂ ਇਹ ਹੈਗਾ ਸਾਰਿਆਂ ਕੋਲ ਸਰਟੀਫਿਕੇਟ ਹੈ, ਸਾਰਿਆਂ ਕੋਲ 100% ਮਾਰਕਸ ਹੈ, ਔਰ ਮੈਨੂੰ ਇਦਾਂ ਲੱਗਦਾ ਹੈ ਕਿ ਅੱਗੇ ਜਿਸ ਵੇਲੇ ਇਹ ਬੱਚੇ ਫੇਸ ਕਰਨਗੇ ਐਂਟਰੈਂਸ ਟੈਸਟ ਜਾਂ ਦੂਸਰੇ, ਉਹਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਔਖਿਆਈ ਹੋਊਗੀ। ਔਰ ਬਾਹਰਲੇ ਬੱਚੇ ਜਿਹੜੇ ਹੈਗੇ ਆ ਜਿਨ੍ਹਾਂ ਨੇ ਥੋੜਾ ਬਹੁਤ ਇਸ ਤਰ੍ਹਾਂ ਦੇ ਮੋਡ ਦੇ ਵਿੱਚ ਕੰਮ ਕੀਤਾ ਹੋਊਗਾ, ਉਹ ਜ਼ਿਆਦਾ ਅੱਗੇ ਆਉਣਗੇ, ਸਾਡੇ ਬੱਚੇ ਪਿੱਛੇ ਰਹਿ ਜਾਣਗੇ ਕਿਉਂਕਿ ਕੀਤਾ ਹੀ ਕੱਖ ਨਹੀਂ ਹੈ। ਦੂਸਰੀ ਇੱਕ ਜਿਹੜੀ ਗੱਲ ਕੀਤੀ ਹੈ ਕਿ ਸਮਾਰਟਫੋਨ ਹੈਗੇ ਆ, ਸਮਾਰਟਫੋਨ ਤਾਂ ਸਿਰਫ ਇੱਕ ਕਲਾਸ ਨੂੰ ਦਿੱਤੇ ਆ, +2 ਨੂੰ ਦਿੱਤੇ ਆ, ਬਾਕੀ ਜਿਹੜੀਆਂ ਕਲਾਸਾਂ ਹੈਗੀਆਂ ਉਹਦੇ ਵਿੱਚ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਡਿਫਿਕਲਟੀ ਆਈ ਹੈ। ਤੁਹਾਡੇ ਕੋਲ ਨਾ ਤਾਂ ਨੈਟਵਰਕ ਹੈ, ਨਾ ਤੁਹਾਡੇ ਕੋਲ ਫੋਨ ਹੈਗੇ ਆ, ਜੇ ਫੋਨ ਹੈ ਤਾਂ ਉਹਨਾਂ ਵਿੱਚ ਪੈਸੇ ਨਹੀਂ ਹੈ ਜਿਹਦੇ ਨਾਲ ਤੁਸੀਂ ਉਹਨੂੰ ਰੀਚਾਰਜ ਕਰ ਸਕੋ। ਇੱਕ ਫੋਨ ਹੈ, 3 ਬੱਚੇ ਹੈ, ਬੜੀਆਂ ਸਮੱਸਿਆਵਾਂ ਆਈਆਂ। ਉਹ ਸਾਰਾ ਕੁਝ ਅਲੱਗ ਹੈ, ਲੇਕਿਨ ਜਿਹੜੀ ਕਲਾਸਰੂਮ ਅਸੈਸਮੈਂਟ ਹੈ ਉਹਨਾਂ ਵਿੱਚ ਇੰਪਰੂਵਮੈਂਟ ਕੀਤੀ ਜਾ ਸਕਦੀ ਸੀ ਤਾਂ ਕਿ ਬੱਚਾ ਅੱਗੇ ਜਾ ਕੇ ਦੂਸਰੇ ਜਿਹੜੇ ਹੈਗੇ ਐਗਜ਼ਾਮ ਉਹਨਾਂ ਨੂੰ ਫੇਸ ਕਰਨ ਜੋਗਾ ਹੋਵੇ। ਇਸ ਵੇਲੇ ਉਹ ਚੀਜ਼ ਜਿਹੜੀ ਹੈਗੀ ਹੈ ਬਿਲਕੁਲ ਇੱਕ ਸਵਾਲ ਹੋਰ ਵੀ ਹੈ। ਬੜੇ ਸਾਰੇ ਬੱਚੇ +2 ਦੇ ਬੱਚੇ ਲਗਾਤਾਰ ਸਾਨੂੰ ਸਵਾਲ ਕਰਦੇ ਨੇ ਜਦੋਂ ਅਸੀਂ ਲਾਈਵ ਕਰਦੇ ਹਾਂ ਕਿ ਸਾਡਾ ਭਵਿੱਖ ਦਾਅ ਤੇ ਲੱਗ ਗਿਆ। ਬੜੇ ਬੱਚਿਆਂ ਨੇ ਹਾਇਰ ਸਟੱਡੀਜ਼ ਦੇ ਲਈ ਬਾਹਰ ਜਾਣਾ ਹੈ, ਉਹ ਹਲੇ ਤੱਕ ਕੁਝ ਕਰ ਨਹੀਂ ਪਾ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਐਗਜ਼ਾਮ ਹੋਣੇ ਨੇ ਨਹੀਂ ਹੋਣੇ, ਨਤੀਜਾ ਕਿਵੇਂ ਦਾ ਆਏਗਾ, ਕਿੱਧਰ ਵੱਲ ਨੂੰ ਜਾਣਾ। ਹਰਪ੍ਰੀਤ ਜੀ ਇੱਕ ਮੈਂ ਗੱਲ ਕਹਿਣਾ ਕਿ ਜਿਸ ਵੇਲੇ ਵੀ ਤੁਸੀਂ ਬਾਹਰ ਜਾਂਦੇ ਹੋ ਤੁਹਾਡਾ ਸਰਟੀਫਿਕੇਟ ਵੈਰੀਫਾਈ ਕਰਨ ਵਾਸਤੇ ਇੱਥੇ ਆਉਂਦਾ ਹੈ, ਔਰ ਇੱਥੇ ਭੇਜਦੇ ਹੋ ਤੁਹਾਡਾ ਸਰਟੀਫਿਕੇਟ ਵੈਰੀਫਿਕੇਸ਼ਨ ਵਾਸਤੇ। ਉੱਥੇ ਤੁਸੀਂ ਲਿਖ ਕੇ ਭੇਜੋਗੇ ਇਹਨੇ ਕੋਈ ਐਗਜ਼ਾਮ ਹੀ ਨਹੀਂ ਦਿੱਤਾ ਹੋਇਆ ਤਾਂ ਉਹ ਤਾਂ ਉੱਥੇ ਵੈਸੇ ਹੀ ਇਨਵੈਲਿਡ ਹੋ ਜਾਣਾ ਸਰਟੀਫਿਕੇਟ ਬਾਹਰਲੇ ਕੰਟਰੀਜ਼ ਦੇ ਵਿੱਚ, ਜਿੱਥੇ ਬਿਨਾਂ ਐਗਜ਼ਾਮ ਤੋਂ ਤੁਸੀਂ ਸਰਟੀਫਿਕੇਟ ਚੱਕੀ ਫਿਰਦੇ ਹੋ। ਇਹ ਇੱਕ ਬਹੁਤ ਵੱਡੀ ਸਮੱਸਿਆ ਆਉਣੀ ਹੈ ਜਿਹੜੇ ਬੱਚੇ ਬਾਹਰ ਜਾ ਰਹੇ ਆ ਉਹਨਾਂ ਵਾਸਤੇ। ਖਾਲਿਦ ਸਾਹਿਬ ਹੁਣੇ +2 ਦਾ ਕੀ ਬਣੇਗਾ? ਖਾਲਿਦ ਸਾਹਿਬ ਤੋਂ ਮੈਨੂੰ ਲੱਗਦਾ ਲਿੰਕ ਫਿਰ ਦੁਬਾਰਾ ਟੁੱਟ ਗਿਆ। ਚਲੋ ਇਹ ਸਵਾਲ ਅੱਗੇ ਲੈ ਕੇ ਜਾਂਦੇ ਆ ਡਾਕਟਰ ਪਿਆਰੇਲਾਲ ਗਰਗ ਹੋਰਾਂ ਤੋਂ ਵੀ। ਇੱਕ ਮਿੰਟ ਸੈਕਟਰੀ ਸਾਹਿਬ ਆਇਆ, ਸੈਕਟਰੀ ਸਾਹਿਬ ਇੱਕ ਸੈਕਿੰਡ 'ਚ ਆਇਆ, ਮੈਨੂੰ ਗਰਗ ਸਾਹਿਬ ਤੋਂ ਇੱਕ ਰਿਐਕਸ਼ਨ ਲੈ ਲੈਣ ਦਿਓ ਫਿਰ ਮੈਂ ਗਰਗ ਸਾਹਿਬ ਜਿਹੜੀ ਗੱਲ ਖਾਲਿਦ ਸਾਹਿਬ ਨੇ ਕਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਲਈ ਬੜੀਆਂ ਮੁਸ਼ਕਲਾਂ ਹੋ ਸਕਦੀਆਂ ਨੇ, ਖਾਸ ਤੌਰ ਤੇ ਉਹਨਾਂ ਬੱਚਿਆਂ ਲਈ ਜਿਹੜੇ ਹਾਇਰ ਸਟੱਡੀਜ਼ ਦੇ ਲਈ ਬਾਹਰ ਜਾਣਾ ਚਾਹੁੰਦੇ ਨੇ। ਔਰ ਮੈਨੂੰ ਲੱਗਦਾ ਕਿ ਬੜੀਆਂ ਥਾਵਾਂ ਤੇ ਇਹ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਏਗਾ ਕਿ ਸਾਲ 2020-21 ਦੇ ਵਿੱਚ ਜਿਹੜੇ ਬੱਚੇ ਪਾਸ ਹੋਏ ਨੇ, ਖਾਸ ਤੌਰ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ, ਉਹ ਇੱਕ ਸ਼ੱਕ ਦੇ ਦਾਇਰੇ ਦੇ ਵਿੱਚ ਵੀ ਰਹਿਣਗੇ ਕਿ ਇਹ ਬੱਚੇ ਐਵੇਂ ਹੀ ਪਾਸ ਹੋਏ ਨੇ। ਹਰਪ੍ਰੀਤ ਜੀ ਤੁਸੀਂ ਬਿਲਕੁਲ ਠੀਕ ਕਿਹਾ, ਪਰ ਮੈਂ ਪਹਿਲਾਂ ਜਿਹੜੇ 3 ਵਕਤਾਂ ਨੇ ਕੁਝ ਐਸੇ ਸੁਝਾਅ ਐਂ ਲੱਗਦਾ ਹੈ ਵੀ ਜਿਵੇਂ ਇੱਕ ਤਾਂ ਇਹ ਹੈ ਵੀ CBSE ਨੇ ਜੇ ਤੁਸੀਂ ਇਹ ਕਹਤਾ ਵੀ ਇੰਨੇ % ਤੋਂ ਵੱਧ ਰਿਜ਼ਲਟ ਨਹੀਂ ਆਉਣਾ ਚਾਹੀਦਾ, ਇੰਨੇ % ਹੋਣੇ ਚਾਹੀਦੇ ਨੇ, ਇਹ ਬੱਚਿਆਂ ਨਾਲ ਤਾਂ ਧੱਕਾ ਹੈ। ਉਹਦੇ ਉਲਟ ਤਾਂ ਤੁਸੀਂ ਇਹ ਕਹਿ ਸਕਦੇ ਪਿਛਲੀਆਂ ਕਲਾਸਾਂ ਦੇ ਬੱਚੇ ਦੇ ਇਮਤਿਹਾਨ ਦੇ ਨੰਬਰ ਦੇਖ ਲਓ, ਉਹਦੀ ਐਵਰੇਜ ਕੱਢ ਲਓ। ਸੋ ਇਹੋ ਜਿਹੇ ਤਰੀਕੇ ਜਿਹੜੇ CBSE ਦਾ ਠੀਕ ਹੈ ਡਿਸਕ੍ਰਿਮੀਨੇਸ਼ਨ ਹੈ, ਪਰ CBSE ਵਾਲਾ ਤਰੀਕਾ ਕੋਈ ਬਹੁਤਾ ਵਧੀਆ ਨਹੀਂ ਹੈ ਤੇ ਨਾ ਹੀ ਉਹ ਇੰਨਾ ਹੈਗਾ ਵੀ ਉਹ ਬੜਾ ਸਾਇੰਟੀਫਿਕ ਹੈ। ਉਹ ਵੀ ਸੌਖਾ ਤਰੀਕਾ ਲੱਭਦਾ ਵੀ ਐਂ ਕਰ ਦੋ ਜਿਹਦੇ ਮਨ 'ਚ ਜੋ ਆਇਆ। ਇੱਦਾਂ ਹੀ ਜਿਹੜਾ ਆਨਲਾਈਨ ਦਾ ਤਾਂ ਝਗੜਾ ਪਿਆ ਹੋਇਆ
ਵੀ ਸਾਰਾ ਕੰਪਨੀਆਂ ਨੂੰ ਦੇ ਦਿਓ। ਅੱਜ ਕੰਪਨੀ ਮੁਫਤ ਦੇਗੀ, ਉਦੋਂ ਬਾਅਦ ਪੈਸੇ ਦੇਗੀ, ਉਦੋਂ ਬਾਅਦ ਜ਼ਿਆਦਾ ਪੈਸੇ ਦੇਗੀ। ਆ ਜੀਓ ਦਾ ਆਪਾਂ ਦੇਖਿਆ ਹੀ ਹੈ। ਸੋ ਆਨਲਾਈਨ ਦਾ ਜਿਹੜੇ ਹਮਦਰਦ ਨੇ ਸਾਨੂੰ ਪ੍ਰੀ ਮੈਡੀਕਲ ਦਾ ਟੈਸਟ ਕਿਹਾ ਸੀ, ਤੇ ਮੈਂ ਉੱਥੇ ਕਿਹਾ ਸੀ, ਮੈਂ ਡਿਪਾਰਟਮੈਂਟ ਦੇ ਵਿੱਚ ਸੀ ਉਦੋਂ, ਸੌਰੀ ਯੂਨੀਵਰਸਿਟੀ ਚ। ਅਸੀਂ ਆਖਿਆ ਵੀ ਪ੍ਰੀ ਬੱਚੇ ਕਿਵੇਂ ਦੇਣਗੇ ਆਨਲਾਈਨ ਟੈਸਟ, ਕਿਉਂਕਿ ਆਨਲਾਈਨ ਉਹਨਾਂ ਨੇ ਪੈਸਾ ਕਮਾਉਣਾ ਹੁੰਦਾ। ਫਿਰ ਬਾਅਦ ਚ ਕੋਈ ਫੇਰਾ ਫੇਰੀ ਇਹਨਾਂ ਦੀ ਹੋਈ, ਉਦੋਂ ਬਾਅਦ ਜਦ ਅਸੀਂ ਛੱਡਿਆ ਉਹ ਫਿਰ ਆਨਲਾਈਨ ਲੈਣ ਵੀ ਲੱਗੇ। ਸੋ ਆਨਲਾਈਨ ਟੈਸਟ ਐ ਨਹੀਂ ਹੈ। ਸਕੂਲਾਂ ਦੇ ਵਿੱਚ 3 ਲੱਖ ਬੱਚੇ ਨੇ 10ਵੀਂ ਦੇ ਨਤੀਜੇ ਹੋਣਾ ਸੀ। ਮੈਂ ਬੇਨਤੀ ਕਰਦਾ ਵੀ ਉਹ ਸੌਖਾ ਕਿਵੇਂ ਸੀ। 50 ਬੱਚੇ ਐਵਰੇਜ ਪਏ ਇੱਕ ਸਕੂਲ ਨੂੰ। ਜਿੰਨਾ ਮਰਜ਼ੀ ਰਿਮੋਟ ਸਕੂਲ ਆ, ਉੱਥੇ ਕੰਪਿਊਟਰ ਲੈਬ ਹੈਗੀ ਆ, ਉੱਥੇ 8-10 ਕੰਪਿਊਟਰ ਹੈਗੇ ਨੇ। ਉਹ 10-10 ਬੱਚਿਆਂ ਦਾ ਇੱਕ ਦਿਨ ਲੈਂਦੇ, ਪੰਜ ਇੱਕੋ ਪੇਪਰ ਮਤਲਬ ਬਣਾਉਂਦੇ, 5 ਪੇਪਰ ਬਣਾਉਣੇ ਸੀ। ਸਾਰੇ ਸਬਜੈਕਟਾਂ ਦਾ ਇੱਕ ਬਣਾ ਲਓ, ਕੋਈ ਜ਼ਰੂਰੀ ਹੈ ਤੁਸੀਂ ਲੰਬਾ ਜ਼ਿਆਦਾ ਸਵਾਲ ਕਰਨੇ ਨੇ। ਤੇ ਤੁਸੀਂ 10-10 ਬੱਚੇ ਬਣਾਓ, 10 ਖੁੱਲੇ ਬਿਠਾ ਦਿਓ, ਕੀ ਔਖਾ ਸੀ। ਹੁਣ ਕੀ ਜਾਂਦੇ ਨਹੀਂ ਲੋਕ। ਆਹ 10 ਬੱਚਿਆਂ ਤੇ ਗਾਈਡਲਾਈਨ ਵੀ ਹੈਗੀ ਆ। ਹਾਂ, ਇਹ ਜਾਣ ਬੁੱਝ ਕੇ ਮਿਹਨਤ ਨਹੀਂ ਕਰੀ ਵੀ, ਕਿਉਂਕਿ ਇਹਦੇ ਚ ਮਿਹਨਤ ਕਰਨੀ ਪਊਗੀ, ਇਹਦੇ ਸਾਰਾ ਕੁਝ ਦੇਖਣਾ ਪਊਗਾ। ਤੇ ਇਸ ਕਰਕੇ ਸੌਖਾ ਤਰੀਕਾ ਲੱਭਦੇ ਨੇ ਅਫਸਰ ਵੀ ਆਪਾਂ ਲੈਣਾ ਕੀ ਹੈ। ਮੈਂ ਇਹਨਾਂ ਕਮੇਟੀਆਂ 'ਚ ਰਹਿ ਕੇ ਸਾਰੇ ਪਾਸੇ ਰਹਿ ਕੇ ਦੇਖਿਆ, ਐਟੀਟਿਊਡ ਇਹ ਹੈ ਵੀ ਆਪਾਂ ਲੈਣਾ ਕੀ ਹੈ, ਆਪਣੀ ਜਸਟੀਫਿਕੇਸ਼ਨ ਦੇਣੀ ਹੈ। ਉਹ ਜਸਟੀਫਿਕੇਸ਼ਨਾਂ ਹਜ਼ਾਰਾਂ ਹੀ ਹੁੰਦੀਆਂ ਨੇ। ਹੁਣ ਸਵਾਲ ਹੈ ਖਾਲਸਾ ਵਾਲਾ। ਜੀ ਜੀ, ਖਾਲਸਾ ਸਾਹਿਬ ਨੇ ਬਿਲਕੁਲ ਠੀਕ ਕਿਹਾ ਔਰ ਜਾਇਜ਼ ਗੱਲ ਕਹੀ ਹੈ ਜੋ ਉਹਨਾਂ ਨੇ ਕਿਹਾ ਵੀ ਕਿਵੇਂ ਉੱਥੇ ਹੋਏਗਾ, ਪਰ ਉਹ ਬਾਹਰਲੇ ਤਾਂ ਦੇਖਣਗੇ ਨਹੀਂ। 12ਵੀਂ ਦੇ ਵਾਸਤੇ ਵੀ ਹੁਣ ਜਿਹੜਾ ਤੁਹਾਡਾ ਸਵਾਲ ਸੀ ਅਗਲਾ, ਉਹਦੇ ਵਿੱਚ ਵੀ ਅਜੇ ਵੀ ਇਹ ਆਨਲਾਈਨ ਟੈਸਟ ਦਾ, ਕਿਉਂਕਿ ਉੱਥੇ ਵੀ 3 ਲੱਖ ਬੱਚੇ ਹੀ ਅਪੀਲ ਹੋਣਾ, ਸਕੂਲ ਉੱਥੇ ਵੀ 6000 ਹੈਗਾ। ਤੇ ਉਹਦੇ ਚੋਂ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ ਸਕੂਲ ਸਰਕਾਰੀ ਸਕੂਲ ਚ ਮੰਨ ਲਓ ਥੋੜਾ ਪ੍ਰਬੰਧ ਹੈ, ਉਹ ਸਕੂਲ ਨੂੰ ਤੁਸੀਂ ਉਹਦੇ ਦੂਜੇ ਨਾਲ ਜੋੜ ਕੇ ਉੱਥੇ ਉਹਦੇ ਕੰਪਿਊਟਰ ਪਹੁੰਚਾ ਦਿਓ, ਉੱਥੇ ਕਰ ਲੈਣਗੇ। ਉੱਥੇ 60 ਦੀ ਬਜਾਏ 120 ਬੱਚੇ ਹੋ ਜਾਣਗੇ। ਉਹ ਤੁਸੀਂ 2 ਸ਼ਿਫਟਾਂ ਚ ਲੈ ਲਓ। ਇਹ ਕੋਈ ਔਖਾ ਕੰਮ ਨਹੀਂ ਹੈ। ਸਿਰਫ ਇਹ ਆ ਵੀ ਮਨ ਦੀ, ਉਹ ਪੰਜਾਬੀ ਚ ਕਹਿੰਦੇ ਨੇ, ਮੈਨੂੰ ਕਹਿਣਾ ਨਹੀਂ ਚਾਹੀਦਾ ਵੀ ਜਦ ਮਨ ਇਸ ਤਰ੍ਹਾਂ ਹੋਵੇ ਫਿਰ ਹੁਜਤਾਂ ਢੇਰ ਹੁੰਦਾ। ਹੁਜਤਾਂ ਢੇਰ ਬਹੁਤ ਕੁਝ ਹੋ ਜਾਂਦਾ ਜੇ ਕਰਨਾ ਹੋਵੇ। ਮੈਂ ਸਿਚੁਏਸ਼ਨ ਦੇ ਯੂਨੀਵਰਸਿਟੀ ਦੇ ਵਿੱਚ ਡਾਇਰੈਕਟੋਰੇਟ 'ਚ ਹੈਂਡਲ ਕਰੀਆਂ ਨੇ ਕਿ ਜਿੱਥੇ ਐਡੀ ਵੱਡੀ ਡਿਫਿਕਲਟੀ ਵੀ ਆ ਗਈ, ਉਹਨੂੰ ਹੈਂਡਲ ਕਿਵੇਂ ਕਰਨਾ। ਤੇ ਆ ਹੁਣ ਕੋਵਿਡ 'ਚ ਇਲਾਜ ਵੀ ਤਾਂ ਕਰ ਹੀ ਰਹੇ ਨੇ ਨਾ ਡਾਕਟਰ ਵਗੈਰਾ ਜਾ ਕੇ, ਨਰਸਾਂ, ਜਿੰਨਾ ਕੁ ਵੀ ਹੁੰਦਾ, ਜਿਹੋ ਜਿਹਾ ਵੀ ਹੁੰਦਾ। ਐ ਨਹੀਂ ਹੁੰਦਾ। ਸਵਾਲ ਹੈ ਆਰ ਯੂ ਕਲੀਅਰ ਕਿ ਤੁਸੀਂ ਸੱਚੀ ਮੁੱਚੀ ਇਹ ਕਰਨਾ। ਐਜੂਕੇਸ਼ਨ ਮਹਿਕਮੇ ਦਾ ਇੱਕ ਬਾਬਾ ਆਦਮ ਨਿਰਾਲਾ ਹੋ ਗਿਆ। ਐਜੂਕੇਸ਼ਨ ਮਹਿਕਮੇ 'ਚ ਬੱਚੇ ਦੀ ਕੋਈ ਪੁੱਛ ਨਹੀਂ ਹੈ। ਇੱਥੇ ਜਾਂ ਟੀਚਰਾਂ ਦੀ ਚੱਲਦੀ ਹੈ ਜਾਂ ਸਰਕਾਰ ਦੀ ਚੱਲਦੀ ਹੈ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਮੈਂ ਸੈਕਟਰੀ ਸਾਹਿਬ ਤੋਂ ਵੀ ਇੱਕ ਰਿਪਲਾਈ ਲੈਣਾ। ਸੈਕਟਰੀ ਸਾਹਿਬ, ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ? ਨਾਲ ਹੀ ਉਹ ਵੀ ਗੱਲ ਲੈ ਲਿਓ ਵੀ ਟੌਪਿਕ ਸਾਡਾ ਰਹਿ ਨਾ ਜਾਵੇ ਕਿ ਜਿਹੜਾ ਕਾਲਜਾਂ ਵਾਲਾ ਹੈ। ਲਗਾਤਾਰ ਸਵਾਲ ਤਾਂ ਕਾਲਜਿਸ ਤੇ ਵੀ ਚੁੱਕੇ ਜਾ ਰਹੇ ਨੇ ਕਿ ਨਵਾਂ ਕਾਲਜ ਅਸੀਂ ਖੋਲ ਰਹੇ ਹਾਂ, ਸਾਡੇ ਕੋਲ ਪੈਸਾ ਹੈ ਨਹੀਂ। ਪੁਰਾਣੇ ਕਾਲਜਾਂ ਨੂੰ ਕਹਿ ਰਹੇ ਕਿ 5-5 ਲੱਖ ਰੁਪਈਆ ਦੇ ਦਿਓ, ਕੰਪਿਊਟਰ ਦੇ ਦਿਓ, ਫਰਨੀਚਰ ਦੇ ਦਿਓ, ਅਧਿਆਪਕ ਦੇ ਦਿਓ। ਸਾਨੂੰ ਖੋਲਣ ਦੀ ਲੋੜ ਹੀ ਕੀ ਹੈ ਜੇ ਸਾਡੇ ਕੋਲ ਪੈਸੇ ਹੀ ਨਹੀਂ ਹੈਗਾ ਨਵੇਂ ਖੋਲਣ ਲਈ? ਹਰਪ੍ਰੀਤ ਜੀ, ਮੈਂ ਸਭ ਤੋਂ ਪਹਿਲਾਂ ਤੇ ਇਹ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ ਕਿ ਜਿਹੜਾ ਸਮੇਂ ਬਦਲ ਰਿਹਾ, ਕੋਵਿਡ ਪਤਾ ਨਹੀਂ ਕਿੰਨੀ ਦੇਰ ਚੱਲਣਾ ਹੈ, ਹਾਲਾਤ ਬਦਲੇ ਔਰ ਸਾਨੂੰ ਇਹਦੇ ਨਾਲ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਪੈਣਾ। ਆ ਜਿਹੜਾ ਜ਼ੂਮ ਵਗੈਰਾ ਤੇ ਕਲਾਸਿਸ ਲੱਗੀਆਂ ਹੈ, ਜਿਹੜੀ ਆਨਲਾਈਨ ਕਲਾਸਾਂ ਲੱਗੀਆਂ ਡਿੱਗੀਆਂ, ਆਪਣੇ ਆਪ ਨੂੰ ਕਵਰ ਕਰਨ ਲਈ ਐਜੂਕੇਸ਼ਨ ਡਿਪਾਰਟਮੈਂਟ ਨੇ ਇਸ ਤਰ੍ਹਾਂ ਐਗਜ਼ਾਮ ਲੈ ਲਏ ਨੇ। ਐਕਚੁਅਲੀ ਜਦੋਂ ਕਲਾਸਿਸ ਲੱਗਦੀਆਂ, ਉਹ ਨਵਾਂ ਜਿਹੜਾ ਸਿਸਟਮ ਤੁਹਾਨੂੰ ਦੱਸਿਆ ਸੀਗਾ ਆਨਲਾਈਨ ਦਾ, ਉਹਦੇ 'ਚ ਬਕਾਇਦਾ ਟੀਚਰ ਨੇ ਆਨਲਾਈਨ ਕਲਾਸ ਦਿੱਤੀ, ਉਹਦੀ ਹਾਜ਼ਰੀ ਹੁੰਦੀ ਹੈ, ਤੇ ਜਿੰਨੇ ਬੱਚੇ ਆ ਉਹਦੀ ਹਾਜ਼ਰੀ ਵੀ ਹੁੰਦੀ ਹੈ। ਤੇ ਜੇ ਆਨਲਾਈਨ ਪੜ੍ਹਾ ਲੈਂਦੇ ਤੇ ਆਨਲਾਈਨ ਐਗਜ਼ਾਮ ਵੀ ਹੋ ਜਾਣੇ ਸੀਗੇ। ਇਹ ਮੈਨੂੰ ਲੱਗਦਾ ਕਿ ਬਸ ਟਾਈਮ ਪਾਸ ਕਰਨ ਲਈ ਸਾਡੇ ਬੱਚਿਆਂ ਨੂੰ ਉਹਨਾਂ ਨੇ ਫਿਊਚਰ ਨੂੰ ਪਤਾ ਕੁਐਸਚਨ ਮਾਰਕ ਲਾ ਦਿੱਤਾ, ਕਿਉਂਕਿ ਦੂਸਰੇ ਜਗ੍ਹਾ ਦੇ ਉੱਤੇ ਜਦੋਂ CBSE ਦੇ ਐਗਜ਼ਾਮ ਹੋ ਗਏ ਆਨਲਾਈਨ ਜਾਂ ਜਿਸ ਤਰ੍ਹਾਂ ਵੀ ਉਹਨਾਂ ਨੇ ਲਿਖੇ ਨੇ ਸਿਸਟਮ ਦੇ ਵਿੱਚ, ਆਪਣੇ ਬੱਚਿਆਂ ਦੇ ਨਹੀਂ ਹੋਏ ਤੇ ਸਵਾਲ ਦੇਣਾ ਅੱਗੇ ਆਏਗਾ ਹੀ ਆਏਗਾ। ਸੋ ਮੈਂ ਸਮਝਦਾ ਅੱਜ ਵੀ ਅਗਰ ਸਮਝੀਏ ਅਸੀਂ ਸਕੂਲਾਂ ਦੇ ਵਿੱਚ ਅਗਰ ਕਿਤੇ ਫੈਸਿਲਿਟੀ ਨਹੀਂ ਹੈ ਤੇ ਕੋਈ ਵੀ ਪ੍ਰਾਈਵੇਟ ਸਕੂਲ ਜਾਂ ਕੋਈ ਵੀ ਇੰਸਟੀਟਿਊਸ਼ਨ ਮਨਾ ਨਹੀਂ ਕਰੇਗਾ ਕਿ ਅਗਰ ਗਵਰਨਮੈਂਟ ਸਕੂਲ ਦੇ ਬੱਚਿਆਂ ਦੇ ਐਗਜ਼ਾਮ ਲੈਣੇ ਆ ਜਾਂ ਆਨਲਾਈਨ ਪੜ੍ਹਾਈ ਦੇ ਵਿੱਚ ਮਦਦ ਕਰਨੀ ਹੈ। ਹਰ ਬੰਦਾ ਇਸ ਵੇਲੇ ਕੋਵਿਡ ਦੇ ਵਿੱਚ ਸਰਕਾਰ ਦੇ ਨਾਲ, ਬੱਚਿਆਂ ਦੇ ਭੁੱਖ ਦੇ ਨਾਲ। ਸੈਕਟਰੀ ਸਾਹਿਬ, ਤੁਸੀਂ ਆਪਣੇ ਵੱਲੋਂ ਦੱਸੋ ਨਾ, ਤੁਸੀਂ ਤਿਆਰ ਹੋ? ਤੁਹਾਡੇ ਕੋਲ ਲੰਬੇ ਚੌੜੇ ਕਾਲਜ ਨੇ, ਸਕੂਲ ਨੇ, ਤੁਸੀਂ ਤਿਆਰ ਹੋ? ਸਰਕਾਰੀ ਬੱਚਿਆਂ ਨੂੰ ਇਮਤਿਹਾਨ ਦਵਾ ਦੋਗੇ ਤੁਸੀਂ ਆਪਣੇ ਕਾਲਜਾਂ 'ਚ? ਬਿਲਕੁਲ ਮੈਂ ਨਹੀਂ, ਮੇਰੇ ਸਾਰੇ ਜਿਹੜੇ ਕਾਲਜ ਮੈਂਬਰਸ ਨੇ, ਅਸੀਂ ਸਾਰੇ ਸਪੋਰਟ ਕਰਨ ਨੂੰ ਤਿਆਰ ਹੈ। ਇਹ ਆਪਣੇ ਬੱਚੇ ਨੇ, ਪੰਜਾਬ ਦੇ ਬੱਚੇ ਨੇ। ਇਹ ਕਾਲਜ ਜਿਹੜੇ ਬਣੇ ਨੇ ਪੰਜਾਬ ਦੇ ਲਈ ਬਣੇ ਨੇ। ਇਹ ਕਾਲਜ ਜਿਹੜੀ ਜਾਇਦਾਦ ਨਹੀਂ ਹੈ, ਸੇਵਾ ਲਈ ਬਣੇ ਨੇ। ਅਸੀਂ ਸਾਰੇ ਕੋਆਪਰੇਟ ਕਰਨ ਨੂੰ ਤਿਆਰ ਆ। ਸਵਾਲ ਹੈ ਕਿ ਸਰਕਾਰ ਦੇ ਅਫਸਰ ਕੋਆਪਰੇਸ਼ਨ ਲੈਂਦੇ ਕਿ ਨਹੀਂ ਲੈਂਦੇ। ਇਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹ ਪੜ੍ਹਾਉਣਾ ਚਾਹੁੰਦੇ ਨੇ ਤੇ ਆਨਲਾਈਨ ਪੜ੍ਹਾ ਲੈਣ। ਕਲਾਸ ਜਿਹੜਾ ਤੁਹਾਨੂੰ ਸਿਸਟਮ ਦੱਸਣ ਡਿਆ ਵਾ ਐਡਮਿਸ਼ਨ 24 ਦਾ, ਉਹਦੇ ਬਕਾਇਦਾ ਹਾਜ਼ਰੀ ਲੱਗਦੀ ਹੈ। ਸਾਡੇ ਸਕੂਲ 'ਚ ਚੱਲਦਾ ਪਿਆ ਕਿਹੜਾ ਟੀਚਰ ਕਿੰਨੇ ਕਲਾਸਾਂ ਲਿੱਤੀਆਂ ਔਰ ਕਿਹੜਾ ਬੱਚਾ ਉੱਥੇ ਪੜ੍ਹਨ ਗਿਆ, ਸਭ ਪਤਾ ਚੱਲਦਾ ਉਹਦੇ ਉੱਤੇ। ਸਾਰੇ ਸਿਸਟਮ ਅਵੇਲੇਬਲ ਨੇ। ਅਗਰ ਫ੍ਰੀ ਵੀ ਨਹੀਂ ਲੈਣੀ ਚਾਹੀਦੀ ਸਰਕਾਰ ਤੇ, ਚਲੋ ਇਹਨਾਂ ਦੀ ਮਰਜ਼ੀ ਹੈ। ਮੈਂ ਹੁਣ ਆਵਾਂਗਾ ਕਾਲਜ ਦੇ ਉੱਤੇ, ਕਿਉਂਕਿ ਬੜਾ ਇੰਪੋਰਟੈਂਟ ਵਿਸ਼ਾ ਹੈ ਜਿਹੜਾ ਤੁਸੀਂ ਚੱਕਿਆ।
ਅੱਜ ਪੰਜਾਬ ਦੇ ਵਿੱਚ 1650 ਅਨਐਡਿਡ ਕਾਲਜਸ ਨੇ ਜਿਨ੍ਹਾਂ ਦੇ ਉੱਤੇ 1 ਲੱਖ ਕਰੋੜ ਤੋਂ ਵੱਧ ਇਨਵੈਸਟਮੈਂਟ ਹੋ ਗਈ ਔਰ ਸਾਰੇ ਪੰਜਾਬੀ ਲੋਕਾਂ ਨੇ ਬਣਾਏ ਔਰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸਮਾਜ ਦੇ ਬੱਚਿਆਂ ਲਈ ਬੈਟਰ ਕਰਨ ਦੇ ਲਈ ਬਣਾਏ ਨੇ। ਜਦੋਂ ਅਸੀਂ ਪੜ੍ਹਦੇ ਸੀਗੇ ਐਡਮਿਸ਼ਨਾਂ ਨਹੀਂ ਸੀ ਮਿਲਦੀਆਂ, ਸਾਨੂੰ ਬਾਹਰਲੇ ਪੂਨਾ ਜਾ ਕੇ ਪੜ੍ਹਨਾ ਪੈਂਦਾ ਸੀ, ਮਹਾਰਾਸ਼ਟਰ ਜਾ ਕੇ ਪੜ੍ਹਨਾ ਪੈਂਦਾ ਸੀ, ਇੱਥੇ ਕਾਲਜ ਨਹੀਂ ਸੀ ਹੁੰਦੇ। ਤਾਂ ਕਾਲਜਸ ਬਣ ਗਏ ਔਰ ਅੱਜ ਕਾਲਜਸ ਨੂੰ ਬਚਾਉਣ ਦੇ ਲਈ ਕੋਈ ਸਰਕਾਰ ਵੱਲੋਂ ਮਦਦ ਨਹੀਂ ਮਿਲ ਰਹੀ। ਉਲਟਾ ਸਾਡੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਹੈ 1550 ਕਰੋੜ ਰੁਪਏ 3 ਸਾਲਾਂ ਦਾ ਦਿੱਤਾ ਨਹੀਂ, ਬੱਚੇ ਪੜ੍ਹ ਗਏ ਨੇ ਔਰ ਬੱਚਿਆਂ ਨੂੰ ਪੜ੍ਹਾ ਕੇ ਪੈਸੇ ਨਹੀਂ ਦੇ ਰਹੀ ਸਰਕਾਰ, ਉਹ ਪੈਸੇ ਨਹੀਂ ਦੇ ਰਹੇ, ਜਿਹਦੇ ਨਾਲ ਸਾਡੇ ਕਾਲਜਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਖਰਾਬ ਹੋ ਗਈ, ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਬੈਂਕਾਂ ਦੇ ਪੈਸੇ ਨਹੀਂ ਦਿੱਤੇ ਜਾ ਰਹੇ। ਜੋ ਹੈਗਾ ਪਹਿਲਾਂ ਉਹਨੂੰ ਠੀਕ ਕਰ ਲਈਏ ਨਾ ਜੀ, ਨਵੇਂ ਕਾਲਜ ਖੋਲ੍ਹਣ ਦਾ ਕੀ ਫਾਇਦਾ ਜੇ ਬੱਚੇ ਹੀ ਨਾ ਆਉਣਗੇ। ਕਿਉਂਕਿ ਆਲਰੇਡੀ ਕਾਲਜਸ ਤਾਂ ਬੜੇ ਨੇ। ਪਰ ਸੈਕਟਰੀ ਸਾਹਿਬ ਇੱਕ ਤੁਹਾਡੀ ਪਾਰਟੀ ਦੀ ਹੀ ਸਰਕਾਰ ਹੈ, ਤੁਸੀਂ ਪਾਰਟੀ ਦਾ ਨੁਮਾਇੰਦਾ ਹੋਣ ਦੇ ਨਾਤੇ ਜੇ ਤੁਹਾਡੀ ਸਰਕਾਰ ਤੁਹਾਡੀ ਨਹੀਂ ਸੁਣਦੀ ਤਾਂ ਫਿਰ ਬਾਕੀਆਂ ਦਾ ਤਾਂ ਰੱਬ ਹੀ ਰਾਖਾ ਹੋਊਗਾ। ਤੁਹਾਡੇ ਪੀਟੀਸੀ ਚੈਨਲ ਦੇ ਥਰੂ ਮੈਂ ਇੱਕ ਹੋਰ ਗੱਲ ਸਰਕਾਰ ਦੇ ਜਿਹੜੇ ਬੈਠੇ ਕੁਰਸੀਆਂ ਤੇ, ਕਿਉਂਕਿ ਮੈਂ ਇਸ ਵੇਲੇ ਪਾਵਰ 'ਚ ਨਹੀਂ ਆ, ਉਹਨਾਂ ਲੋਕਾਂ ਨੂੰ ਯਾਦ ਦਿਲਾਉਣਾ ਚਾਹੁੰਦਾ ਹੈ ਆਪਣੇ ਹਾਇਰ ਐਜੂਕੇਸ਼ਨ ਮਿਨਿਸਟਰ ਸਾਹਿਬ ਨੂੰ ਕਿ ਕਾਂਗਰਸ ਪਾਰਟੀ ਨੇ ਇੱਕ ਮੈਨੀਫੈਸਟੋ 'ਚ ਲਿਖਿਆ ਸੀਗਾ ਕਿ ਯੂਨੀਵਰਸਿਟੀ ਰੈਗੂਲੇਟਰੀ ਕਮਿਸ਼ਨ ਬਣਾਵਾਂਗੇ ਕਿ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਬਣ ਗਈਆਂ ਆਪੇ ਡਿਗਰੀਆਂ ਜਿਹੜੀਆਂ ਚੱਲੀ ਜਾ ਰਹੀਆਂ ਇਹਨਾਂ ਨੂੰ ਰੈਗੂਲੇਟ ਕਰਨ ਦੇ ਲਈ ਕਮਿਸ਼ਨ ਬਣੇਗਾ। ਇਹ ਮੈਨੀਫੈਸਟੋ ਕਾਂਗਰਸ ਦੇ ਮੈਨੀਫੈਸਟੋ 'ਚ ਲਿਖਿਆ ਸੀ, ਅੱਜ ਤੱਕ ਉਹ ਨਹੀਂ ਬਣਿਆ। ਪਤਾ ਨਹੀਂ ਉਹਦੇ ਕੀ ਕਾਰਨ ਹੈ, ਮੰਤਰੀ ਜੀ ਜਵਾਬ ਦੇਣ। ਮੈਂ ਤੁਹਾਡੇ ਚੈਨਲ ਦੇ ਥਰੂ ਮੰਤਰੀ ਜੀ ਨੂੰ ਸਵਾਲ ਪੁੱਛਣਾ ਕਿ ਕਿਉਂ ਨਹੀਂ ਬਣਿਆ, ਜਦ ਕਿ ਹਿਮਾਚਲ 'ਚ ਬਣ ਗਿਆ, ਹਰਿਆਣਾ 'ਚ ਬਣ ਗਿਆ, ਯੂਪੀ 'ਚ ਬਣ ਗਿਆ, ਸਭ ਜਗ੍ਹਾ ਯੂਨੀਵਰਸਿਟੀ ਰੈਗੂਲੇਸ਼ਨ ਕਮਿਸ਼ਨ ਬਣਿਆ, ਪੰਜਾਬ 'ਚ ਕਿਉਂ ਨਹੀਂ ਬਣਿਆ? ਕਿਆ ਇਹਦੇ ਪਿੱਛੇ ਕੋਈ ਗੜਬੜ ਤੇ ਨਹੀਂ ਹੋ ਰਹੀ ਕੁਝ? ਅੱਜ ਸਾਡੇ ਜਿਹੜੇ ਕਾਲਜਸ ਨੇ ਅਨਐਡਿਡ ਕਾਲਜ, ਇਹਨਾਂ ਨੂੰ ਰੈਗੂਲੇਟ ਕੀਤਾ ਜਾਂਦਾ। ਅਸੀਂ ਸਰਕਾਰੀ ਯੂਨੀਵਰਸਿਟੀਆਂ ਨੂੰ 2500 ਕਰੋੜ ਰੁਪਈਆ ਐਗਜ਼ਾਮੀਨੇਸ਼ਨ ਫੀਸ, ਕੰਟੀਨਿਊਸ਼ਨ ਫੀਸ ਸਾਡੇ ਕਾਲਜਸ ਦੇ ਰਹੇ ਨੇ, ਪਰ ਇਹ ਯੂਨੀਵਰਸਿਟੀਆਂ 1 ਰੁਪਇਆ ਵੀ ਸਰਕਾਰ ਨੂੰ ਨਹੀਂ ਦੇ ਰਹੀਆਂ। ਸਾਰੇ ਪੈਸੇ ਆਪਣੇ ਕੋਲ ਰੱਖ ਰਹੀਆਂ ਜਿਹੜੇ ਪ੍ਰਾਈਵੇਟ ਯੂਨੀਵਰਸਿਟੀਆਂ, ਔਰ ਬੱਚਿਆਂ ਨੂੰ ਡਿਗਰੀਆਂ ਕਿੱਦਾਂ ਮਿਲਦੀਆਂ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਜੇ। ਚਲੋ ਠੀਕ ਹੈ, ਇਹ ਸਵਾਲ ਸਰਕਾਰ ਤੇ ਜ਼ਰੂਰ ਖੜਾ ਹੁੰਦਾ ਕਿਉਂਕਿ ਪੂਰਾ ਸਿਸਟਮ ਹੀ ਹਿਲ ਕੇ ਰਹਿ ਗਿਆ। ਭਾਵੇਂ ਉਹ ਅਸੀਂ ਸਕੂਲਾਂ ਦੀ ਪੜ੍ਹਾਈ ਦਾ ਕਰੀਏ, ਹਾਇਰ ਸਟੱਡੀਜ਼ ਦਾ ਕਰੀਏ, ਸਾਰਾ ਸਿਸਟਮ ਹੀ ਹਿਲਿਆ ਪਿਆ। ਤੂਰੀ ਸਾਹਿਬ ਤੋਂ ਇੱਕ ਸਵਾਲ ਲੈਣਾ, ਫਿਰ ਢੋਲ ਸਾਹਿਬ ਕੋਲ ਆਵਾਂਗਾ। ਤੂਰੀ ਸਾਹਿਬ, ਮੇਰੀ ਇਸ ਮੁੱਦੇ ਤੇ ਗੱਲ ਹੋਈ ਸੀ ਕਿ +2 ਦਾ ਕੀ ਕਰਨਾ ਹੈ, ਤਾਂ ਕੰਟਰੋਲਰ ਸਾਹਿਬ ਨੇ ਕਿਹਾ ਅਸੀਂ CBSE ਵੱਲ ਦੇਖ ਰਹੇ ਹਾਂ, ਅਸੀਂ ਕੇਂਦਰ ਸਰਕਾਰ ਵੱਲ ਦੇਖ ਰਹੇ ਹਾਂ, ਜੋ ਪੈਟਰਨ CBSE ਅਪਣਾਏਗਾ ਉਹੀ ਪੈਟਰਨ ਅਸੀਂ ਅਪਣਾਵਾਂਗੇ। ਇਹ ਜੇ ਪੈਟਰਨ ਦੀ ਇਦਾਂ ਦੀ ਗੱਲ ਕਰਦੀ ਤੇ 10ਵੀਂ ਲਈ ਇਹ ਪੈਟਰਨ ਕਿਉਂ ਨਹੀਂ ਅਪਣਾਇਆ ਗਿਆ? ਜੀ ਦੇਖੋ, ਜਿਹੜਾ 10ਵੀਂ ਵਾਸਤੇ ਵੀ ਵਧੀਆ ਪੈਟਰਨ ਅਡਾਪਟ ਕੀਤਾ ਜਾਣਾ ਚਾਹੀਦਾ ਸੀ। ਜਿਵੇਂ ਡਾਕਟਰ ਪਿਆਰੇ ਲਾਲ ਜੀ ਨੇ ਕਿਹਾ ਵੀ ਜਿਹੜਾ CBSE ਦਾ, ਇਹਦੇ ਵਿੱਚ ਵੀ ਬਹੁਤ ਕਮੀਆਂ ਨੇ। ਬਿਲਕੁਲ ਚੰਗਾ ਹੁੰਦਾ ਜੇ ਉਸ ਦੀਆਂ ਜਿਹੜੇ 9th ਸਟੈਂਡਰਡ ਦੇ ਕਲਾਸ ਦੇ ਰਿਜ਼ਲਟ ਸੀਗੇ ਜਾਂ 8th ਕਲਾਸ ਦੇ ਬੱਚੇ ਦੇ ਰਿਜ਼ਲਟ ਸੀ ਉਹਨਾਂ ਨੂੰ ਮੁੱਖ ਰੱਖਿਆ ਜਾਂਦਾ, ਨਾ ਕਿ ਸਕੂਲ ਦੇ ਰਿਜ਼ਲਟਾਂ ਨੂੰ ਮੁੱਖ ਰੱਖਿਆ ਜਾਂਦਾ। ਹੁਣ ਵੀ ਸਾਡੇ ਕੋਲ ਮੌਕਾ ਜਿਹੜੇ 10+2 ਦੇ ਰਿਜ਼ਲਟ ਨੇ, ਕਿਉਂਕਿ 10th ਦਾ ਰਿਜ਼ਲਟ ਸੀ ਜਿਹੜਾ ਉਹ ਪੰਜਾਬ ਬੋਰਡ ਨੇ ਵੀ ਅਸੈਸ ਕੀਤਾ ਸੀ ਉਹੀ ਵਿਦਿਆਰਥੀਆਂ ਦਾ। 10+2 ਦਾ ਰਿਜ਼ਲਟ ਜਿਹੜਾ ਹੈਗਾ ਉਸ ਦਾ ਬੇਸ ਜਿਹੜਾ ਹੈਗਾ ਉਹ 10th ਦਾ ਰਿਜ਼ਲਟ ਨੂੰ ਜ਼ਰੂਰ ਬਣਾ ਲੈਣਾ ਚਾਹੀਦਾ। 50% ਵੇਟੇਜ ਦੇ ਦੇਣ, ਉਹਨੂੰ 40% ਵੇਟੇਜ ਦੇ ਦੇਣ। ਬਾਕੀ ਚਾਹੇ ਉਹ ਉਹਨਾਂ ਦੇ ਆਨਲਾਈਨ ਐਗਜ਼ਾਮੀਨੇਸ਼ਨ ਲੈਣ ਜਾਂ ਜਿਸ ਤਰ੍ਹਾਂ ਵੀ ਲੈਣ, ਲੇਕਿਨ ਬੱਚਿਆਂ ਦੀ ਇਨਵੋਲਵਮੈਂਟ ਹੋਣੀ ਜ਼ਰੂਰੀ ਹੈ। ਜਿਹੜੇ ਹੁਣ ਆਹ 10th ਦਾ ਰਿਜ਼ਲਟ ਕੱਢਿਆ, ਇਹਦੇ ਵਿੱਚ ਬੱਚਿਆਂ ਲਈ ਕੀ ਹਾਸੋਹੀਣੀ ਗੱਲ ਹੈ। ਜਿਹੜਾ ਬੱਚਾ ਹੁਣ ਦੂਜਿਆਂ ਨੂੰ ਕਹਿਣਗੇ ਦੇਖੋ ਮੈਂ ਤਾਂ ਕੁਝ ਕਰਿਆ ਨਹੀਂ ਸੀ, ਨਾ ਮੈਂ ਪੇਪਰ 'ਚ ਕੁਝ ਲਿਖਿਆ ਸੀ, ਨਾ ਮੈਂ ਪ੍ਰੀ ਬੋਰਡ 'ਚ ਕੁਝ ਲਿਖਿਆ ਸੀ, ਮੇਰੇ ਤਾਂ 100% ਨੰਬਰ ਆ ਗਏ। ਔਰ ਜਿਹੜਾ ਮਿਹਨਤ ਕਰਨ ਵਾਲਾ ਬੱਚਾ ਹੈ ਉਹਦਾ ਮੋਰਾਲ ਖਤਮ ਹੋ ਜਾਂਦਾ ਜੀ। ਬਿਲਕੁਲ ਜੀ। ਸੋ ਮਤਲਬ ਇਸ ਦੇ ਨਾਲ ਹੀ, ਕਿਉਂਕਿ ਮੈਂ ਕਾਲਜਾਂ ਦੇ ਵੀ ਪੰਜਾਬ ਦੇ ਦੀ ਜੈਕਟ ਦੇ ਤੌਰ ਤੇ ਨੁਮਾਇੰਦਗੀ ਕਰਦਾ, ਜਿਹੜੇ ਤੁਸੀਂ ਕਾਲਜ ਦਾ ਮੁੱਦਾ ਤੇ ਗੱਲ ਕੀਤੀ ਹੈ, ਨਵੇਂ ਕਾਲਜ ਖੋਲਣ ਦੀ ਹੈ, ਪਰ ਐਂ ਤਾਂ ਦੇਖ ਲਈਏ ਵੀ ਪੰਜਾਬੀ ਯੂਨੀਵਰਸਿਟੀ ਦਾ ਕੀ ਆਰਥਿਕ ਹਾਲਤ ਨੇ। ਉੱਥੇ ਤਨਖਾਹਾਂ ਪੂਰਾ ਹੋਣ ਦੇ ਲਈ ਹਰ ਰੋਜ਼ ਕਾਲਜਾਂ ਤੋਂ ਪੈਸੇ ਮੰਗੇ ਜਾਂਦੇ ਨੇ। ਸੋ ਇਸ ਦਾ ਬਿਹਤਰ ਹੋਊਗਾ ਵੀ ਸਰਕਾਰ ਜੋ ਮੌਜੂਦਾ ਚੱਲ ਰਹੇ ਨੇ ਉਹਨਾਂ ਨੂੰ ਅੱਛਾ ਬਣਾਵੇ। ਜੋ ਪ੍ਰਾਈਵੇਟ ਸੰਸਥਾਵਾਂ ਨੇ ਉਹ ਬੰਦ ਹੋ ਰਹੀਆਂ ਨੇ। ਸੈਕਟਰੀ ਸਾਹਿਬ ਨੇ ਬਿਲਕੁਲ ਕਿਹਾ, ਸਹੀ ਕਿਹਾ, ਕਾਂਗਰਸ ਸਰਕਾਰ ਦੇ ਰਾਜ ਦੇ ਵਿੱਚ ਹੀ 1850 ਕਰੋੜ ਰੁਪਇਆ SC ਵਿਦਿਆਰਥੀਆਂ ਦਾ ਜਿਹੜਾ ਦਬ ਲਿਆ ਗਿਆ, ਉਹਦੇ ਨਾਲ ਕਿੰਨੇ ਕਾਲਜ ਬੰਦ ਹੋ ਗਏ। ਸੋ ਨਵਾਂ ਆਪਾਂ ਇਨਫਰਾਸਟ੍ਰਕਚਰ ਖੜਾ ਕਰ ਰਹੇ ਹਾਂ, ਲੇਕਿਨ ਪੁਰਾਣਿਆਂ ਨੂੰ ਸੰਭਾਲ ਨਹੀਂ ਰਹੇ। ਸੋ ਕਿਤੇ ਨਾ ਕਿਤੇ ਜਿਹੜਾ ਸਰਕਾਰ ਨੂੰ ਆਪਣੀਆਂ ਪਾਲਿਸੀਆਂ ਵੱਲ ਧਿਆਨ ਮਾਰਨਾ ਚਾਹੀਦਾ। ਤੋ ਇਹ ਸਾਰਾ ਕੁਝ ਜਿਹੜਾ ਹੁਣ +2 ਦਾ ਆ ਰਿਹਾ ਜੀ, ਮੇਰੇ ਖਿਆਲ 'ਚ ਹੁਣ ਸਹੀ ਮੌਕਾ। ਇਸ ਨੂੰ ਇੱਕ ਤਾਂ ਮੈਂ ਬੇਨਤੀ ਕਰਦਾ ਵੀ ਇਹ ਤੁਰੰਤ ਰਿਜ਼ਲਟ ਬਣਾਉਣਾ ਚਾਹੀਦਾ।
ਕਿਉਂਕਿ ਜਿਵੇਂ ਤੁਸੀਂ ਕਿਹਾ ਜਿਹੜੇ ਬੱਚਿਆਂ ਨੇ ਬਾਹਰਲੇ ਦੇਸ਼ਾਂ ਨੂੰ ਰੁਖ ਕਰਨਾ Already late ਹੋ ਚੁੱਕੇ ਉੱਥੇ ਕੁਛ ਨਾ ਕੁਛ ਐਡਮਿਸ਼ਨਾਂ ਦੀ ਉਸ ਦੇ ਵਿੱਚ ਨੇ, ਉਹਨਾਂ ਦਾ 1 ਸਾਲ ਖਰਾਬ ਹੋ ਜਾਣਾ ਇਸ ਬਿਲਕੁਲ ਚੱਕਰ ਠੀਕ ਦੇ ਹੈ ਵਿੱਚ। ਠੀਕ ਹੈ। ਇੱਕ ਸੋ ਮਿੰਟ ਇਸ ਹੈ ਲਈ ਮੈਂ ਜੋ ਟੋਲ ਵੀ ਸਾਹਿਬ ਤੋਂ ਫੈਸਲਾ ਇੱਕ ਹੋਣਾ ਚਾਹੀਦਾ, ਮੇਰੇ ਟੋਲ ਸਾਹਿਬ ਮੁਤਾਬਕ 10ਵੀਂ ਤੇ 12ਵੀਂ ਦੇ ਨਤੀਜਿਆਂ ਨੂੰ ਅਸੀਂ ਜੇ ਤੁਲਨਾ ਕਰਦੇ ਹਾਂ ਤਾਂ ਕਿੰਨਾ ਕੁ ਵੱਖਰਾ ਹੈ 12ਵੀਂ ਦਾ, ਕਿਉਂਕਿ ਇਸ ਤੋਂ ਬਾਅਦ ਹਾਇਰ ਸਟੱਡੀਜ਼ ਸ਼ੁਰੂ ਹੋ ਜਾਣੀਆਂ। ਕੀ ਤੁਹਾਨੂੰ ਲੱਗਦਾ ਹੈ ਕਿ ਅਸੈਸਮੈਂਟ ਦੇ ਨਾਲ ਹੀ ਸਰ ਜੂਗਾ ਜਾਂ ਇਮਤਿਹਾਨ ਲੈਣੇ ਚਾਹੀਦੇ ਨੇ 12ਵੀਂ ਦੇ ਬੱਚਿਆਂ ਦੇ? ਨਹੀਂ, ਮੈਂ ਪਹਿਲਾਂ ਵੀ ਕਹਿ ਚੁੱਕੇ ਹਾਂ ਇਹ ਅਸੈਸਮੈਂਟ ਨਾਲ ਹੀ ਚੱਲੇਗਾ, ਕਿਉਂਕਿ ਸਾਡੇ ਬੱਚਿਆਂ ਨੇ ਉਹਨਾਂ ਮਾਰਕਸ ਦੇ ਬੇਸ ਤੇ ਅੱਗੇ ਨਹੀਂ ਜਾਣਾ, ਨਾਲ ਦੀ ਨਾਲ ਉਹਨਾਂ ਦੇ ਜਿਹੜੇ ਕੰਪੀਟੀਟਿਵ ਐਗਜ਼ਾਮ ਹੋਣੇ ਆ, ਐਂਟਰੈਂਸ ਐਗਜ਼ਾਮ ਹੋਣੇ ਆ, ਜਦੋਂ ਉਹ ਪ੍ਰੋਪਰਲੀ ਐਗਜ਼ਾਮ ਦੇ ਕੇ ਜਾਣਗੇ, ਇੱਕ ਸਿਚੁਏਸ਼ਨ ਦੇ ਵਿੱਚੋਂ ਦੀ ਲੰਘਣਗੇ, ਤਾਂ ਉਹ ਜਿਹੜੇ ਕੰਪੀਟੀਟਿਵ ਐਗਜ਼ਾਮਸ ਨੇ ਉਹਨਾਂ ਦੇ ਵਿੱਚ ਅੱਛਾ ਪਰਫਾਰਮ ਕਰ ਸਕਣਗੇ। ਮੈਂ ਇੱਕ ਗੱਲ ਤੁਹਾਨੂੰ ਹੋਰ ਐਗਜ਼ਾਮਪਲ ਦੇਣ ਲੱਗਿਆ ਕਿ ਕੁਝ ਵੀ ਪੋਸੀਬਲ ਨਹੀਂ ਹੈ, ਕੁਝ ਵੀ ਇੰਪੋਸੀਬਲ ਨਹੀਂ ਹੈ। 5ਵੀਂ ਕਲਾਸ ਦਾ ਇਮਤਿਹਾਨ ਲਿਆ ਉਹਨਾਂ ਦਿਨਾਂ ਦੇ ਵਿੱਚ ਐਗਜ਼ਾਮ ਲਿਆ ਜਦੋਂ ਇੱਥੇ ਰਾਤ ਦਾ ਲੋਕਡਾਊਨ ਲੱਗ ਚੁੱਕਿਆ ਸੀਗਾ। ਉਹਦੇ 4 ਐਗਜ਼ਾਮ ਹੋਏ ਤੇ ਜਦੋਂ ਕੰਪਲੀਟ ਲੋਕਡਾਊਨ ਹੋਇਆ ਉਸ ਦੇ ਵਿੱਚ ਉਹਦੇ ਕੰਪੈਰੀਟਿਵ ਮਾਰਕਸ ਲਗਾ ਦਿੱਤੇ ਗਏ। ਬੜੀ ਅੱਛੀ ਗੱਲ ਹੈ, ਉਹਦਾ ਰਿਜ਼ਲਟ ਥੋੜੇ ਦਿਨਾਂ ਵਿੱਚ ਆ ਜਾਣਾ। ਮੈਂ ਇਹ ਕਹਿਣਾ ਅਗਰ ਕੋਈ ਗ੍ਰੇਸ ਜਾਂ ਕੋਈ ਹੋਰ ਤਰੀਕਾ ਨਾ ਵਰਤਿਆ ਜਾਊਗਾ, ਕਦੇ ਵੀ ਉਹ ਰਿਜ਼ਲਟ ਜਿਹੜਾ ਹੈ 90 ਜਾਂ 85-90% ਤੋਂ ਉੱਤੇ ਨਹੀਂ ਆਏਗਾ। ਇੱਕ ਤਾਂ ਇਹ ਸਾਡੇ ਕੋਲ ਇੱਕ ਜਿਉਂਦੀ ਜਾਗਦੀ ਐਗਜ਼ਾਮਪਲ ਹੈ। ਦੂਸਰਾ ਇਹ ਵੀ ਐਗਜ਼ਾਮਪਲ ਨਾਲ ਦੀ ਨਾਲ ਹੈ, ਅਗਰ ਬੋਰਡ ਨੇ 5ਵੀਂ ਦਾ ਇਮਤਿਹਾਨ ਲੈਣਾ ਚਾਹਿਆ ਸੀ, ਇਹਦੇ ਨਾਲੋਂ ਵੀ ਛੋਟੇ ਬੱਚੇ ਹੁੰਦੇ ਆ, ਉਦੋਂ ਵੀ ਲੋਕਡਾਊਨ ਸ਼ੁਰੂ ਹੋ ਚੁੱਕੇ ਸੀਗੇ, ਉਹਨਾਂ ਹਾਲਾਤਾਂ ਸਿਰਫ 3,21,000 ਬੱਚੇ ਚੋਂ 19 ਬੱਚਾ ਕੋਵਿਡ ਕਰਕੇ, ਜਿਹਦਾ ਕੋਈ ਟੈਸਟ ਜਾਂ ਕੋਵਿਡ ਦਾ ਉਹ ਸੀਗਾ, ਉਸ ਕਰਕੇ ਐਬਸੈਂਟ ਹੋਇਆ, ਸਿਰਫ 19 ਬੱਚੇ ਉਹਦੇ ਚ ਹੋਏ ਹੈ। ਸੋ ਕਹਿਣ ਦਾ ਭਾਵ ਅਸੀਂ ਐਵੇਂ ਡਰੀ ਜਾ ਰਹੇ ਹਾਂ ਕਿ +2 ਦੇ ਐਗਜ਼ਾਮ ਨੂੰ ਅਸੀਂ ਹਵਾ ਬਣਾ ਲਿਆ। ਗਰਗ ਸਾਹਿਬ ਨੇ ਬੜੀ ਵਧੀਆ ਐਗਜ਼ਾਮਪਲ ਦਿੱਤੀ ਹੈ ਵੀ ਅਸੀਂ ਬੈਚਸ ਦੇ ਵਿੱਚ ਕਰ ਸਕਦੇ ਹਾਂ ਔਰ ਕੰਸੋਲੀਡੇਟਡ ਐਗਜ਼ਾਮ ਲੈ ਸਕਦੇ ਹਾਂ, ਜਿਸ ਨੂੰ ਅਸੀਂ ਕੰਸੋਲੀਡੇਟ ਕਰ ਲਈਏ, ਛੋਟਾ ਐਗਜ਼ਾਮ ਬਣਾ ਲਈਏ। ਔਰ ਇਸ ਕਰਕੇ ਜਿਵੇਂ ਲੈਂਗੁਏਜਸ ਦਾ ਇੱਕ ਹੈ ਜਾਂ ਉਸ ਦਾ ਹੈ ਸਬਜੈਕਟ ਦੇ ਵਿੱਚ, ਸਾਇੰਸ ਸਬਜੈਕਟ ਦਾ ਇੱਕ ਛੋਟਾ ਪੇਪਰ ਬਣਾ ਲਈਏ, ਆਰਟਸ ਦਾ ਇੱਕ ਬਣਾ ਲਈਏ, ਲਾਈਕ ਦਿਸ ਜਿਹੜੀਆਂ ਲੈਂਗੁਏਜਸ ਹੈ ਉਹਨਾਂ ਦਾ ਇੱਕ ਬਣਾ ਲਈਏ। ਸੋ ਕੀਤਾ ਜਾ ਸਕਦਾ ਹੈ, ਇਸ ਕਰਕੇ ਇਨੀਸ਼ੀਏਟਿਵ ਲੈਣਾ ਪਏਗਾ। ਖਾਲਿਦ ਸਾਹਿਬ ਇੱਕ ਆਖਰੀ ਸਵਾਲ। ਖਾਲਿਦ ਸਾਹਿਬ, ਕਿਸੇ ਨੇ ਸੁਪਰੀਮ ਕੋਰਟ ਦੇ ਵਿੱਚ ਪਲੀ ਪਾਈ ਹੈ ਕਿ +2 ਦੇ ਇਮਤਿਹਾਨਾਂ ਦਾ ਜਲਦੀ ਇੱਕ ਪਾਸੇ ਕੰਮ ਕੀਤਾ ਜਾਵੇ, ਲੈਣੇ ਆ ਤਾਂ ਵੀ, ਨਹੀਂ ਲੈਣੇ ਆ ਤਾਂ ਵੀ, ਜੇ ਲੈਣੇ ਆ ਤਾਂ ਕਿਵੇਂ ਕੀਤਾ ਜਾਵੇ। ਹਾਲੇ ਵੀ CBSE ਨੇ ਇੱਕ ਵਾਰ ਫਿਰ ਤੋਂ ਮੀਟਿੰਗ ਹੋਲਡ ਕਰ ਦਿੱਤੀ ਹੈ। ਅੱਜ ਬੜੀ ਉਮੀਦ ਸੀ ਕਿ ਅੱਜ ਕੋਈ ਫੈਸਲਾ ਲੈ ਲੈਣਗੇ, ਪਰ ਅੱਜ ਵੀ ਮੀਟਿੰਗ ਹੋਲਡ ਹੋ ਗਈ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਜਿੰਨਾ ਲੇਟ ਕਰੀ ਜਾਂਦੇ ਆ ਉਨਾ ਬੱਚਿਆਂ ਦਾ ਵੱਧ ਨੁਕਸਾਨ ਹੋਏਗਾ? ਦੇਖੋ, ਜਿੰਨੇ ਵੀ ਸਮੈਸਟਰਸ ਜਾਂ ਐਨੂਅਲ ਐਗਜ਼ਾਮੀਨੇਸ਼ਨ ਹੈ ਉਹ ਸਾਰੇ ਆਪਣੇ ਟਾਈਮ ਤੋਂ ਬਹੁਤ ਪਿੱਛੇ ਚੱਲ ਰਹੇ ਹੈ, ਉਥਲ ਪੁਥਲ ਬਹੁਤ ਹੋ ਗਈ ਹੈ। ਉਹਦਾ ਜਿਹੜਾ ਹੈਗਾ ਕੈਸਕੇਡਿੰਗ ਇਫੈਕਟ ਜਿਹੜਾ ਹੈਗਾ ਉਹ ਆਉਣ ਵਾਲੇ ਜਿਹੜੇ ਕੰਪੀਟੀਟਿਵ ਐਗਜ਼ਾਮੀਨੇਸ਼ਨ ਹੈ ਉਹਨਾਂ ਪਰ ਵੀ ਹੋਏਗਾ, ਜਿਹੜੀਆਂ ਹਾਇਰ ਸਟੱਡੀਜ਼ ਵਾਸਤੇ ਐਡਮਿਸ਼ਨ ਇੰਡੀਆ ਦੇ ਵਿੱਚ ਹੈ ਉਹਨਾਂ ਪਰ ਵੀ ਹੋਏਗਾ, ਜਿਹੜੀ ਅਬਰੋਡ ਹੋਣੀ ਹੈ ਉਹਨਾਂ ਪਰ ਵੀ ਹੋਏਗਾ। ਜਿਵੇਂ ਜਿਵੇਂ ਤੁਸੀਂ ਡਿਲੇ ਕਰੀ ਜਾਓਗੇ ਉਨੀ ਜਿਹੜੀ ਤੁਹਾਡੀ ਮੁਸ਼ਕਲਾਂ ਜਿਹੜੀ ਹੈਗੀਆਂ ਉਹ ਕੰਪਾਊਂਡ ਹੁੰਦੀਆਂ ਚਲੀਆਂ ਜਾਣਗੀਆਂ, ਵੱਧਦੀਆਂ ਹੁੰਦੀਆਂ ਚਲੀਆਂ ਜਾਣਗੀਆਂ, ਇਕੱਠੀਆਂ ਹੁੰਦੀਆਂ ਚਲੀਆਂ ਜਾਣਗੀਆਂ। ਇਸ ਕਰਕੇ ਸਰਕਾਰ ਨੂੰ ਚਾਹੀਦਾ ਨੰਬਰ 1 ਕਿ ਜਲਦੀ ਤੇ ਜਲਦੀ ਫੈਸਲਾ ਕਰੇ ਔਰ ਜਿਹੜੀ ਪੰਜਾਬ ਗਵਰਨਮੈਂਟ ਜਿਹੜੀ ਹੈਗੀ ਉਹ CBSE ਵੱਲ ਕਿਉਂ ਦੇਖੇ, ਐਜੂਕੇਸ਼ਨ ਬੋਰਡ, ਇਹਨਾਂ ਦੇ ਆਪਣੇ ਦਿਮਾਗ ਹੋਣੇ ਚਾਹੀਦੇ ਆ। ਅਸੀਂ ਆਪਣੇ ਇਨੋਵੇਟਿਵ ਸਟੈਪ ਲੈ ਸਕਦੇ ਹਾਂ। ਅਸੀਂ CBSE ਕੰਨੇ ਕਿਉਂ ਦੇਖੀਏ, ਸਾਡਾ ਆਪਣਾ ਆਟੋਨਮਸ ਅਦਾਰੇ ਹੈਗੇ ਆ, ਸਾਨੂੰ ਹਰ ਤਰ੍ਹਾਂ ਦੀ ਸਿਚੁਏਸ਼ਨ ਨੂੰ ਡੀਲ ਕਰਨਾ ਦੇ ਵਿੱਚ ਪਹਿਲ ਕਰਨੀ ਚਾਹੀਦੀ ਹੈ ਰਾਦਰ ਦੈਨ ਅਸੀਂ CBSE ਲੈਵਲ ਦੇਖੀ ਚੱਲੀਏ। ਬਿਲਕੁਲ ਠੀਕ ਹੈ, ਬਹੁਤ ਬਹੁਤ ਧੰਨਵਾਦ ਖਾਲਿਦ ਸਾਹਿਬ ਔਰ ਬਾਕੀ ਸਾਰੇ ਮਹਿਮਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਕਿਉਂਕਿ ਮੁੱਦਾ ਬੜਾ ਗੰਭੀਰ ਹੈ, ਸੋਚਣ ਵਾਲੀ ਗੱਲ ਹੈਗੀ ਹੈ। ਜਿਵੇਂ ਇੰਟਰਨਲ ਅਸੈਸਮੈਂਟ ਲਗਾ ਕੇ ਕੰਮ ਤਾਂ ਬੜਾ ਸੌਖਾ ਹੈ, ਬੋਰਡਾਂ ਲਈ ਭਾਵੇਂ ਕੰਮ ਸੌਖਾ ਹੋਏਗਾ, ਪਰ ਜਿਨ੍ਹਾਂ ਬੱਚਿਆਂ ਦੇ ਲਈ ਤੁਸੀਂ ਕਰ ਰਹੇ ਹੋ ਉਹਨਾਂ ਦਾ ਭਵਿੱਖ ਤਾਂ ਦਾਅ 'ਤੇ ਲੱਗ ਗਿਆ। ਜਿਵੇਂ ਖਾਲਿਦ ਸਾਹਿਬ ਹੋਰਾਂ ਨੇ ਕਿਹਾ ਕਿ ਜਿਹੜੇ ਬੱਚੇ ਹਾਇਰ ਸਟੱਡੀਜ਼ ਲਈ ਬਾਹਰ ਜਾਣਾ ਚਾਹੁੰਦੇ ਨੇ, ਜਦੋਂ ਉਹਨਾਂ ਦੀ ਇੱਥੇ ਆ ਕੇ ਸਾਰੀ ਇਨਕੁਆਇਰੀ ਹੋਏਗੀ ਤਾਂ ਇੱਕ ਵੱਡਾ ਕੁਐਸਚਨ ਮਾਰਕ ਜ਼ਰੂਰ ਲੱਗੇਗਾ। ਇੱਥੋਂ ਤੱਕ ਕਿ ਬੜੇ ਸਾਰੇ ਲਾਇਕ ਬੱਚੇ ਨੇ ਜਿਹੜੇ, ਉਹਨਾਂ ਦਾ ਮੋਰਲ ਵੀ ਡਾਊਨ ਹੁੰਦਾ ਕਿ ਮੈਂ ਇੰਨੀ ਮਿਹਨਤ ਕੀਤੀ, ਮੇਰੇ ਵੀ ਉਹਨੇ ਨੰਬਰ, ਤੇ ਮੇਰੇ ਨਾਲ ਦੇ ਨੇ ਮਿਹਨਤ ਕੀਤੀ ਨਹੀਂ ਤਾਂ ਵੀ ਉਹਦੇ ਉਨੇ ਹੀ ਨੰਬਰ ਆ ਰਹੇ ਨੇ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਮੈਟਰ ਕਰਦੀਆਂ ਨੇ। +2 ਦੇ ਐਗਜ਼ਾਮ ਹੋਣ ਵਾਲੇ ਨੇ, ਨਸੀਹਤ ਲੈ ਲੈ ਸਰਕਾਰਾਂ, 10ਵੀਂ ਦੇ ਜੋ ਵੀ ਇਮਤਿਹਾਨ ਹੋਏ ਨੇ, ਨਹੀਂ ਹੋਏ, ਜੋ ਵੀ ਨਤੀਜੇ ਐਲਾਨੇ ਗਏ ਨੇ, ਉਹਨਾਂ ਨੂੰ ਜ਼ਰੂਰ ਨਸੀਹਤ ਲੈ ਕੇ +2 ਦੇ ਐਗਜ਼ਾਮ ਹੋਣੇ ਚਾਹੀਦੇ ਨੇ, ਬਿਹਤਰੀਨ ਤਰੀਕੇ ਨਾਲ ਹੋਣੇ ਚਾਹੀਦੇ ਨੇ, ਤਾਂ ਜੋ ਬੱਚਿਆਂ ਨੂੰ ਘੱਟੋ ਘੱਟ ਇਹ ਪਤਾ ਲੱਗ ਸਕੇ ਕਿ ਹਾਂ ਮਿਹਨਤ ਕੀਤੀ, ਇਮਤਿਹਾਨ ਦਿੱਤੇ ਤਾਂ ਪਾਸ ਹੋਏ ਆ, ਇੰਟਰਨਲ ਅਸੈਸਮੈਂਟ ਨਾਲ ਪਾਸ ਨਹੀਂ ਹੋਏ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सही चलती रहे।